ਹੈਲੋ ਜੀ, ਸਤਿ ਸ੍ਰੀ ਅਕਾਲ ਸਭ ਨੂੰ। ਕਿਵੇਂ ਹੋ ਜੀ ਸਾਰੇ? ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆ ਜਾਓ ਜੀ ਸਾਰੇ। ਵਾਹ ਵਾਹ ਜੀ, ਸਤਿ ਸ੍ਰੀ। ਕਿਵੇਂ ਹਨ ਜੀ ਸਾਰੇ ਜੀ? ਸਭ ਠੀਕ ਠਾਕ ਹੋ? ਓਕੇ ਜੀ, ਸਤਿ ਸ੍ਰੀ ਅਕਾਲ ਸਾਰੇ ਜਣੇ। ਆ ਜਾਓ ਜੀ, ਆਨਲਾਈਨ ਹੋਈਏ ਅੱਜ। ਸਾਰੇ ਅੱਜ ਥੱਕੇ ਹੋਣੇ, ਚਾਹ ਦਾ ਟਾਈਮ ਬਣਿਆ ਜੀ, ਸਾਰੇ ਮਜ਼ਾਰਾ ਕਰਕੇ ਆਏ ਆ। ਕਿਵੇਂ ਹੋ ਸਾਰੇ? ਪਰਮਜੀਤ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ। ਕਿਵੇਂ ਹੋ ਸਾਰੇ ਜੀ? ਬਲਿਹਾਰ ਸਿੰਘ ਭਾਜੀ, ਸਤਿ ਸ੍ਰੀ ਅਕਾਲ। ਹੁਣ ਸਾਹਮਣੇ ਆਉਣਾ ਭਾਜੀ, ਤੁਸੀਂ ਆ ਗਏ। ਕੁਲਵਿੰਦਰ ਕੌਰ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਕਿਵੇਂ ਰਿਹਾ ਜੀ ਨਜ਼ਾਰਾ ਅੱਜ? ਅੱਜ ਤਾਂ ਮਹਾਰਾਜ ਕਮਾਲ ਕਰ ਦਿੱਤੀ ਹੈ, ਸਭ ਨੇ ਕਮਾਲ ਕਰ ਦਿੱਤੀ ਅੱਜ। ਆਜੋ ਆਜੋ ਸਾਰੇ ਜਣੇ ਜੀ। ਅਜੇ ਮੈਨੂੰ ਦੱਸ ਨਹੀਂ ਰਿਹਾ ਕੌਣ ਕੌਣ। ਹਾਂ, ਬਲਿਹਾਰ ਸਿੰਘ ਭਾਜੀ, ਕੁਲਵਿੰਦਰ ਕੌਰ ਜੀ। ਹੋਰ ਸੁਣਾਓ, ਸਭ ਠੀਕ ਠਾਕ ਹੋ ਜੀ? ਅੱਜ ਮੈਨੂੰ ਲੱਗਦਾ ਸੰਗਤ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਬਲਿਹਾਰ ਸਿੰਘ ਭਾਜੀ। ਮਹਾਰਾਜ ਛਕ ਹੈ ਅੱਜ ਤਾਂ ਆਪਾਂ ਸਾਰੇ ਜਣੇ ਹੈ ਉੱਥੇ। ਕਮਾਲ ਹੋ ਗਈ ਮਹਾਰਾਜ। ਮੈਂ 200 ਦੀ ਉਮੀਦ ਰੱਖੀ ਸੀ ਜੀ ਸਿਰਫ, ਪਰ ਬੜੀ ਕਿਰਪਾ ਹੋਈ ਬਾਬੇ ਦੀ। ਰੂਪੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਹੋਰ ਸਭ ਠੀਕ ਠਾਕ ਹੋ ਜੀ? ਸਭ ਠੀਕ ਠਾਕ ਚੱਲ ਰਿਹਾ ਜੀ? ਕਿਵੇਂ ਨੇ ਸਾਰੇ? ਮੇਰਾ ਸਭ ਚਾਹ ਪੀਣ ਲੱਗੇ ਆ ਜੀ ਅਜੇ ਲੱਗਦਾ ਸਭ। ਹਾਂਜੀ ਬਿਲਕੁਲ ਕੁਲਵਿੰਦਰ ਜੀ, ਇਹ ਤਾਂ ਗੱਲ ਹੈਗੀ ਆ ਜੀ। ਬੱਚਿਆਂ ਨੇ ਬਹੁਤ ਸਾਥ ਦਿੱਤਾ, ਬਹੁਤ ਵਧੀਆ। ਪਤਾ ਕੀ ਗੱਲ ਹੈ, ਹੁਣ ਬੱਚੇ ਸਿਆਣੇ ਹੋ ਗਏ ਜੀ ਸਾਰੇ। ਬੱਚੇ ਹਰ ਚੀਜ਼ ਨੂੰ ਸਮਝਦੇ ਆ ਜੀ। ਹਾਂ ਰੂਪੀ ਜੀ, ਬਿਲਕੁਲ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇਹ ਤਾਂ ਹਮੇਸ਼ਾ ਹੀ ਜਿੰਦਾਬਾਦ ਰਹਿਣੀ ਹੈ ਜੀ, ਔਰ ਰਹੀ ਆ। ਤੇ ਇਹ ਦੋਹਾਂ ਦਾ ਜਿਹੜਾ ਨਾਤਾ ਹੈ ਜੀ, ਉਹ ਬਹੁਤ ਮਜ਼ਬੂਤ ਆ। ਤੇ ਇਸ ਕਰਕੇ ਹਮੇਸ਼ਾ ਇਹ ਚੜ੍ਹਦੀ ਕਲਾ ਰਹਿਣੀ ਆ, ਤੇ ਚੜ੍ਹਦੀ ਕਲਾ ਰਹੀ ਆ। ਤੇ ਪਰਮਾਤਮਾ ਕਰੇ ਇੱਦਾਂ ਹੀ ਚੜ੍ਹਦੀ ਕਲਾ ਰਹੇ ਜੀ। ਬੱਬਾ ਸਿੰਘ ਜੀ, ਸਤਿ ਸ੍ਰੀ ਅਕਾਲ। ਜਰਮਨ ਵਾਲਿਓ, ਠੀਕ ਠਾਕ ਹੋ? ਗੁਰਪ੍ਰੀਤ ਕੌਰ ਨਿੱਕੀ, ਸਤਿ ਸ੍ਰੀ ਅਕਾਲ ਨਿੱਕੀ। ਧੰਨਵਾਦ ਨਿੱਕੀ ਤੁਹਾਡਾ। ਤੁਹਾਡੀ ਬੇਟੀ ਆਈ ਸੀ, ਤੁਹਾਡੇ ਹਸਬੈਂਡ ਆਏ ਸੀ। ਮਤਲਬ ਕਿ ਜੇ ਮੈਂ ਇਹ ਗੱਲ ਕਹਿ ਲਵਾਂ ਜੀ, ਵੀ ਅੱਜ ਪੂਰਾ ਬੈਲਜੀਅਮ ਆਇਆ ਸੀ ਜੀ ਉੱਥੇ। ਤੇ ਕੋਈ ਅਤਕਥਨੀ ਨਹੀਂ, ਪੂਰਾ ਬੈਲਜੀਅਮ ਜੇ ਕਹਿ ਲਈਏ। ਹਾਲੈਂਡ ਤੋਂ, ਜਰਮਨ ਤੋਂ, ਫਰਾਂਸ ਤੋਂ, ਤੇ ਹੈ ਨਾ। ਠੀਕ ਹੈ ਭਾਜੀ, ਬਹੁਤ ਮਿਹਰਬਾਨੀ ਭਾਜੀ ਬੱਬਾ ਜੀ। ਜੇ ਆਪਾਂ ਕਹਿ ਲਈਏ ਪੂਰਾ ਯੂਰਪ ਜੀ ਇਕੱਠਾ ਹੋਇਆ ਸੀ ਅੱਜ। ਤੇ ਪੂਰਾ ਭਾਜੀ ਨਾ ਕਰੋ ਹਜੇ, ਮੈਂ ਕਰਦਾ ਠਹਿਰ ਕੇ। ਅਮਨਦੀਪ ਕੌਰ ਭੋਗਲ ਫਰੋਮ ਕੈਨੇਡਾ, ਸਤਿ ਸ੍ਰੀ ਅਕਾਲ। ਅੱਜ ਛੁੱਟੀ ਹੈ ਐਤਵਾਰ। ਮੇਰੇ ਕਿਰਪਾਲ ਸਿੰਘ ਭਾਜੀ, ਸਤਿ ਸ੍ਰੀ ਅਕਾਲ ਭਾਜੀ। ਬਾਜਵਾ ਜੀ, ਸਤਿ ਸ੍ਰੀ ਅਕਾਲ। ਹੋਰ ਮਹਾਰਾਜ ਕੀ ਹਾਲ ਚਾਲ ਨੇ? ਅੱਜ ਮਹਾਰਾਜ ਵੱਟ ਕੱਢ ਦਿੱਤੇ ਫੜ ਕੇ। ਹਾਂਜੀ ਬੱਬੂ ਬਾਜਵਾ ਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਅਮਨ, ਸਤਿ ਸ੍ਰੀ ਅਕਾਲ ਪੁੱਤੂ ਓਏ।
ਅੱਜ ਤਾਂ ਜੀ ਸਾਰਿਆਂ ਨੇ ਕਮਾਲ ਕਰ ਦਿੱਤੀ। ਓਕੇ ਠੀਕ ਹੈ, ਵੀਕਐਂਡ ਹੈ ਅੱਜ। ਸਾਡੇ ਵੀਕਐਂਡ ਮੁੱਕ ਗਿਆ, ਸਾਡੇ ਸਵੇਰੇ ਫੇਰ ਕੰਮ ਸ਼ੁਰੂ। ਸਤਿ ਸ੍ਰੀ ਅਕਾਲ ਜੀ ਬੱਬੂ ਜੀ, ਸਤਿ ਸ੍ਰੀ ਅਕਾਲ। ਕੀ ਗੱਲਬਾਤ ਸ਼ੁਰੂ ਕਰੀਏ ਜੀ ਅੱਜ? ਕਿਸਾਨੀ ਮੁੱਦੇ ਲੈ ਕੇ ਚੱਲੀਏ ਫੇਰ। ਸਾਡੇ ਸਾਹਮਣੇ ਆਪ ਵਿਚਾਰ ਦਿਓ ਜੀ, ਅੱਜ ਕੀ ਮਹਿਸੂਸ ਕਰਦੇ ਸੀ ਤੁਸੀਂ ਉੱਥੇ? ਕੀ ਤੁਹਾਨੂੰ ਉੱਥੇ ਚੰਗਾ ਲੱਗਾ, ਕੀ ਤੁਹਾਨੂੰ ਨਹੀਂ ਚੰਗਾ ਲੱਗਾ? ਬਿਲਕੁਲ ਇਹ ਗੱਲ ਸਹੀ ਹੈ ਜੀ ਰੂਪੀ ਜੀ, ਪ੍ਰਮਾਤਮਾ ਮਿਹਰ ਕਰੇ ਸਾਰਿਆਂ ਉੱਤੇ। ਤੇ ਉਹ ਦੇਖੋ ਜੀ, ਜਿੱਤ ਜਿਹੜੀ ਆ ਨਾ, ਜਿੱਤ ਇਹ ਭਾਜੀ ਕੁਲਵੰਤ ਜੀ ਸਤਿ ਸ੍ਰੀ ਅਕਾਲ। ਇਹ ਜਿਹੜੀ ਜਿੱਤ ਹੈ ਨਾ ਜੀ, ਇਹ ਇੰਨੀ ਸੌਖੀ ਨਹੀਂ, ਪਰ ਪ੍ਰਮਾਤਮਾ ਕਰੇ ਅਸੀਂ ਜਿੱਤ ਜਾਈਏ। ਬਹੁਤ ਮਿਹਰਬਾਨੀ ਕਿਰਪਾਲ ਭਾਜੀ, ਬਹੁਤ ਮਿਹਰਬਾਨੀ ਭਾਜੀ। ਜਿੱਥੇ ਬਿਲਕੁਲ ਬਿਲਕੁਲ ਕੁਲਵਿੰਦਰ ਭੈਣ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਜਿੱਥੇ ਏਕਾ ਉੱਥੇ ਸਾਰਾ ਕੁਝ ਜਿਹੜਾ ਹੈ ਨਾ ਉਹ ਸਹੀ ਹੋ ਜਾਂਦਾ। ਇਹ ਬਿਲਕੁਲ ਸਹੀ ਗੱਲ ਆ। ਤੇ ਪਤਾ ਕੀ ਗੱਲ ਹੈ ਜੀ, ਇੱਕ ਗੱਲ ਦਾ ਮੈਨੂੰ ਜਿਹੜਾ ਰੋਜ਼ ਇੱਕ ਗੱਲ ਦਾ ਜਿਹੜਾ ਦੁੱਖ ਲੱਗਦਾ ਨਾ, ਉਹ ਇਹ ਆ ਵੀ ਉੱਥੇ ਕੋਈ ਨਾ ਕੋਈ ਇੱਕ, ਅੱਜ ਵੀ ਮੈਂ ਖਬਰ ਦੇਖ ਰਿਹਾ ਸੀ, ਇੱਕ ਬਜ਼ੁਰਗ ਗੱਡੀ 'ਚ ਲੱਗੇ, ਉੱਥੇ ਉਹਨਾਂ ਦੀ ਡੈਥ ਹੋ ਗਈ। ਤੇ ਉਹ ਡੇਲੀ ਇੱਕ ਜਿਹੜੀ ਮੌਤ ਹੋ ਜਾਂਦੀ ਆ ਉੱਥੇ। ਤੇ ਮੈਨੂੰ ਫਿਰ ਕਈ ਵਾਰੀ ਇਸ ਗੱਲੋਂ ਥੋੜ੍ਹਾ ਜਿਹਾ ਬੁਰਾ ਲੱਗਦਾ, ਜਿਹੜੇ ਬੰਦੇ ਨਾ ਮੱਗੇ ਜਿਹਾ ਮਾਰਦੇ ਆ, ਫੁਕਰੀ ਪੰਜ ਜਿਹੜੇ ਕਰਦੇ ਆ। ਤੇ ਮੈਨੂੰ ਇਸ ਕਰਕੇ ਉਹ ਬੁਰਾ ਲੱਗਦਾ। ਠੀਕ ਆ, ਆਪਣੇ ਆਪਣੇ ਵਿਚਾਰ ਆ ਸਭ ਦੇ, ਪਰ ਮੈਨੂੰ ਕਈ ਵਾਰੀ ਉਹ ਇਸ ਕਰਕੇ ਨਹੀਂ ਚੰਗੇ ਲੱਗਦੇ, ਜਿਹੜੇ ਬੰਦੇ ਇਦਾਂ ਦੀਆਂ ਹਰਕਤਾਂ ਕਰਦੇ ਆ, ਮੱਗੇ ਮਾਰਨੇ ਜਾਂ ਆਪਣੇ ਆਪ ਨੂੰ ਪਤਾ ਨਹੀਂ ਕੀ ਕਰਨਾ। ਅਮਰਜੀਤ ਸਿੰਘ ਜੀ, ਬਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਸਭ ਨੂੰ। ਉਹ ਜੀ ਪਤਾ ਕਿਉਂ ਥੋੜ੍ਹਾ ਜਿਹਾ, ਮੰਜੂ ਜੀ ਸਤਿ ਸ੍ਰੀ ਅਕਾਲ, ਕੁਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ। ਉਹ ਮੈਨੂੰ ਥੋੜ੍ਹਾ ਜਿਹਾ ਨਹੀਂ ਚੰਗਾ ਲੱਗਦਾ ਜੀ, ਕਿਉਂਕਿ ਦੇਖੋ ਅੱਜ ਇੱਕ ਤਾਂ ਅਸੀਂ ਇੰਨੀ ਭਿਅੰਕਰ ਸਮਝ ਲਓ ਆਪਾਂ ਉਹਦੇ ਵਿੱਚੋਂ ਨਿਕਲ ਰਹੇ ਹਾਂ। ਦੂਜਾ ਉੱਥੇ ਰੋਜ਼ ਇੱਕ ਮੌਤ ਹੋ ਜਾਂਦੀ, ਦੋ ਮੌਤਾਂ ਹੋ ਜਾਂਦੀਆਂ, ਇੱਕ ਦੋ ਜਵਾਨ ਮੁੰਡਿਆਂ ਦੀ ਵੀ ਡੈਥ ਹੋ ਗਈ। ਤੇ ਕਿਹੜੇ ਅਸੀਂ ਮੁਸ਼ਕਲਾਂ ਦੇ ਵਿੱਚ ਇਸ ਵੇਲੇ ਫਸੇ ਬੈਠੇ ਹਾਂ। ਉਹ ਜਿਹੜੇ ਉੱਥੇ ਬੈਠੇ ਉਹ ਕੋਈ ਸੁੱਖ ਨੂੰ ਨਹੀਂ ਬੈਠੇ। ਤੇ ਜੇ ਅਸੀਂ ਮੱਗੇ ਮਾਰੀਏ ਜਾਂ ਫੁਕਰੀਆਂ ਜਿਹੀਆਂ ਦਿਖਾਈਏ ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਨਹੀਂ ਦੇ ਰਹੇ, ਅਸੀਂ ਇਹ ਚੀਜ਼ ਦਾ ਮਜ਼ਾਕ ਉਡਾ ਰਹੇ ਹਾਂ। ਇਸ ਕਰਕੇ ਮੈਨੂੰ ਕਈ ਵਾਰੀ ਇਹ ਗੱਲ ਚੰਗੀ ਨਹੀਂ ਲੱਗਦੀ। ਕਈ ਬੰਦੇ ਇੱਦਾਂ ਦੀਆਂ ਮਤਲਬ ਫੇਸਬੁੱਕ 'ਤੇ ਆ ਕੇ ਜਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ, ਤੇ ਉਹ ਮੈਨੂੰ ਇਹ ਲੱਗਦਾ ਵੀ ਜਿੱਦਾਂ ਮਜ਼ਾਕ ਉਡਾਉਂਦੇ ਹੁੰਦੇ ਸਾਡਾ। ਕਿਉਂਕਿ ਉੱਥੇ ਅੱਜ ਹਰ ਦਿਨ ਇੱਕ ਮੌਤ, ਦੋ ਮੌਤਾਂ ਹੋ ਰਹੀਆਂ। ਕਿੰਨੀ ਠੰਡ ਆ ਉੱਥੇ, ਉਹ ਕਿੱਦਾਂ ਆਪਣਾ ਜੀਵਨ ਬਤੀਤ ਕਰ ਰਿਹਾ। ਜੇ ਅੱਜ ਇੱਕ ਮਿੰਟ ਦੇ ਅੱਖਾਂ ਬੰਦ ਕਰਕੇ ਦੇਖੋ ਤਾਂ ਤੁਹਾਨੂੰ ਇੱਦਾਂ ਮਹਿਸੂਸ ਹੋਊਗਾ ਵੀ ਦਾਦੀ ਦੋ ਬੱਚਿਆਂ ਨੂੰ ਲੈ ਕੇ ਅੱਜ ਠੰਡੇ ਬੁਰਜ 'ਚ ਫੇਰ ਬੈਠੀ ਆ। ਤੇ ਜੇ ਅਸੀਂ ਇਸ ਇਹਨੂੰ ਮਜ਼ਾਕ ਜਿਹਾ ਬਣਾ ਲਈਏ, ਜਾਂ ਅਸੀਂ ਉਹਦੇ ਉੱਤੇ ਡਾਂਸ ਕਰੀਏ, ਜਾਂ ਅਸੀਂ ਉਹਦੇ ਉੱਤੇ ਟਿੱਪਣੀਆਂ ਟੀਚਰਾਂ ਜਿਹੀਆਂ ਵਾਲੀਆਂ ਕਰੀਏ, ਤੇ ਬਹੁਤ ਮਾੜੀ ਗੱਲ ਹੈ ਸਾਡੇ ਵਾਸਤੇ। ਤੇ ਮੈਨੂੰ ਇਸ ਗੱਲੋਂ ਕਈ ਵਾਰੀ, ਕਿਉਂਕਿ ਇਹ ਜਿਹੜਾ ਮੌਕਾ ਹੈ ਸਾਡੇ ਲਈ, ਇਹ ਬਹੁਤ ਸੰਭਲਣ ਦਾ ਆ। ਔਰ ਸਾਡੇ ਲਈ ਸਭ ਤੋਂ ਬੜੀ ਦੁੱਖ ਦੀ ਘੜੀ ਜਿਹੜੀ ਇਸ ਵੇਲੇ ਇਹੀ ਆ ਵੀ ਅਸੀਂ ਹਜੇ ਤੱਕ ਸਾਡੀ ਲਈ ਸਰਕਾਰ ਨੇ ਕੁਝ ਸੋਚਿਆ ਨਹੀਂ, ਤੇ ਅਸੀਂ ਜਿਹੜੇ ਆ ਬੜੀਆਂ ਮਜਬੂਰੀਆਂ ਦੇ ਵਿੱਚ ਵੜ ਕੇ ਬੈਠੇ ਆ। ਤੇ ਜਿਹੜੇ ਸਾਡੇ ਬਜ਼ੁਰਗ ਆ ਉੱਥੇ ਠੰਡ ਦੇ ਵਿੱਚ ਬੈਠੇ ਆ, ਤੇ ਕਿੰਨੀ ਉਹਨਾਂ ਨੂੰ ਮੁਸ਼ਕਲ ਆ। ਭਾਵੇਂ ਲੱਤਾਂ ਘੁੱਟਣ ਲਈ 1000 ਲੱਖ 2 ਲੱਖ ਮਸ਼ੀਨ ਲਾ ਦਈਏ ਜੀ, ਪਰ ਘਰ ਘਰ ਹੁੰਦਾ। ਸੜਕ 'ਤੇ ਸੌਣਾ ਇੰਨਾ ਸੌਖਾ ਨਹੀਂ। ਤੇ ਜੇ ਅਸੀਂ ਖੜ ਕੇ ਉੱਥੇ ਮੱਗੇ ਮਾਰ ਕੇ ਬਾਹਰ ਬੈਠੇ, ਜਾਂ ਆਪਣੇ ਇੱਧਰ ਉੱਧਰ ਬੈਠੇ ਮੱਗੇ ਮਾਰ ਕੇ ਉਹਨੂੰ ਦੱਸਦੇ ਹਾਂ, ਤੇ ਕੀ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਜਿਨ੍ਹਾਂ ਦੀ ਮੌਤ ਹੋ ਗਈ ਇਸ ਘਟਨਾ ਦੇ ਵਿੱਚ? ਤੇ ਇਹ ਗੱਲਾਂ ਜਿਹੜੀਆਂ ਥੋੜ੍ਹੀਆਂ, ਬਿਲਕੁਲ ਜੀ, ਇਹ ਮੈਂ ਰੂਪੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਉਹਨਾਂ ਦੀ ਕੁਰਬਾਨੀ ਨੂੰ ਅਸੀਂ ਭੁਲਾ ਨਹੀਂ ਸਕਦੇ, ਤੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋਣਾ ਚਾਹੀਦਾ। ਪਰ ਸਾਡੇ ਬੰਦੇ ਕੁਛ ਇੱਦਾਂ ਦੇ ਆ ਜਿਹੜੇ ਇਹ ਚੀਜ਼ ਨੂੰ ਲੈ ਕੇ, ਸ਼ਾਇਦ ਕੁਛ ਬੰਦਿਆਂ ਨੂੰ ਇਹ ਗੱਲ ਚੰਗੀ ਲੱਗਦੀ ਹੋਊਗੀ, ਪਰ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਤਾਂ ਇਹ ਕਹਿਣਾ ਵੀ ਸਾਡੇ ਤੇ ਇਸ ਵੇਲੇ ਜਿੱਦਾਂ ਦੀ ਘੜੀ ਆ,
ਉਹ ਘੜੀ ਜਿਹੜੀ ਆ ਸਾਡੀ, ਉਹ ਮਤਲਬ ਬਹੁਤ ਦੁੱਖ ਦੀ ਘੜੀ ਆ, ਤੇ ਅਸੀਂ ਉਹਦੇ ਲਈ ਜੇ ਮਜ਼ਾਕ ਬਣਾਉਂਦੇ ਆ ਤੇ ਇਹ ਬਹੁਤ ਮਾੜੀ ਗੱਲ ਆ। ਅੱਜ ਤਾਂ ਜੇ ਦੇਖਿਆ ਜਾਵੇ ਜਿਹੜੇ ਇੰਡੀਆ ਦੇ ਵਿੱਚ ਵੀ ਬੈਠੇ ਆ ਨਾ, ਉਹ ਵੀ ਇਸ ਚੀਜ਼ ਦਾ ਮਜ਼ਾਕ ਨਹੀਂ ਬਣਾ ਰਹੇ। ਹਰ ਬੰਦੇ ਨੂੰ ਉੱਥੇ ਦੇ ਮਾਹੌਲ ਦਾ ਦੁੱਖ ਆ, ਤੇ ਅਸੀਂ ਉਹਨਾਂ ਨੂੰ ਸਾਥ ਦੇਣਾ ਆ। ਸਾਥ ਦੇਣ ਦੇ ਨਾਲ ਨਾਲ ਉਹਨਾਂ ਦੇ ਦੁੱਖ 'ਚ ਸ਼ਰੀਕ ਵੀ ਹੋਣਾ, ਨਾ ਕਿ ਅਸੀਂ ਇੱਥੇ ਮੱਗੇ ਮਾਰੀਏ ਜਾਂ ਅਸੀਂ ਕੋਈ ਫੁਕਰਾਪਨ ਕਰੀਏ। ਇਹ ਕੋਈ ਸਿਆਣਪ ਨਹੀਂ ਹੈਗੀ। ਤੇ ਬਾਕੀ ਸ਼ਾਇਦ ਮੈਂ ਗਲਤ ਹੋਵਾਂ, ਹੋ ਸਕਦਾ ਇਹ ਕੋਈ ਬੜੀ ਗੱਲ ਨਹੀਂ, ਪਰ ਠੀਕ ਨਹੀਂ ਹੈਗਾ ਮੇਰੇ ਹਿਸਾਬ ਨਾਲ। ਤੇ ਅਸੀਂ ਕਿਸੇ ਕਿਸਮ ਦਾ ਮਜ਼ਾਕ ਬਣਾਈਏ ਇਹਨੂੰ, ਇਹ ਮਜ਼ਾਕ ਨਹੀਂ ਹੈਗਾ। ਕੁਰਬਾਨੀਆਂ ਦੇਣੀਆਂ ਤੇ ਕਹਿਣੀਆਂ ਬਹੁਤ ਮੁਸ਼ਕਲ ਹੈ। ਦੋਹਾਂ ਚੀਜ਼ਾਂ 'ਚ ਬਹੁਤ ਫਰਕ ਆ। ਕੁਰਬਾਨੀ ਦੇ ਦੇਣੀ ਔਰ ਕੁਰਬਾਨੀ ਕਹਿ ਦੇਣੀ, ਬਹੁਤ ਫਰਕ ਆ। ਕਹਿਣ ਨੂੰ ਹਰ ਬੰਦਾ ਭਗਤ ਸਿੰਘ ਆ, ਪਰ ਜਦੋਂ ਗਲ ਦੇ ਨੇੜੇ ਰੱਸਾ ਆਉਂਦਾ ਉਦੋਂ ਪਤਾ ਲੱਗਦਾ ਭਗਤ ਸਿੰਘ ਕਿਹੜਾ ਰਹਿ ਗਿਆ ਤੇ ਕਿਹੜਾ ਉੱਡ ਗਿਆ। ਠੀਕ ਹੈ ਨਾ। ਇਸ ਕਰਕੇ ਆਪਾਂ ਨੂੰ ਬਹੁਤ ਸੰਭਲ ਕੇ, ਬਹੁਤ ਧਿਆਨ ਦੇ ਨਾਲ ਹਰ ਗੱਲ ਜਿਹੜੀ ਉਹ ਕਰਨੀ ਚਾਹੀਦੀ ਹੈ, ਜਿਹਦੇ ਨਾਲ ਜਿਹੜੇ ਸਾਡੇ ਉਹ ਬਜ਼ੁਰਗ ਜਿਨ੍ਹਾਂ ਦੀ ਮੌਤ ਹੋ ਗਈ, ਉਹਨਾਂ ਨੂੰ ਸਾਡੇ ਵੱਲੋਂ ਸਿੱਧੇ ਤੌਰ 'ਤੇ ਇੱਕ ਸ਼ਰਧਾਂਜਲੀ ਮਿਲੇ ਤੇ ਸਾਡਾ ਸੀਸ ਝੁਕਣਾ ਚਾਹੀਦਾ ਉਹਨਾਂ ਲਈ। ਤੇ ਅੱਜ ਇੱਕ ਜਿਹੜੀ ਮੈਂ ਹੋਰ ਜ਼ਰੂਰੀ ਗੱਲ ਕਰਨੀ ਚਾਹੁੰਦਾ, ਜਿੱਥੇ ਅਸੀਂ ਅੱਜ ਕੋਸ਼ਿਸ਼ ਕਰੀਏ ਉਹਨਾਂ ਨੂੰ ਜਿਹੜੇ ਉਸ ਧਰਨੇ ਦੇ ਵਿੱਚ ਬੈਠੇ ਆ ਉਹਨਾਂ ਨੂੰ ਸ਼ਰਧਾਂਜਲੀ ਦਈਏ। ਉੱਥੇ ਨਾਲੇ ਮੇਰੇ ਭੈਣ ਜੀ ਬਹੁਤ ਸਤਿਕਾਰਯੋਗ ਆ, ਪ੍ਰੀਤੋ ਜੀ, ਉਹਨਾਂ ਦੇ ਮੰਮੀ ਦੀ ਵੀ ਡੈਥ ਹੋ ਗਈ, ਤੇ ਉਹਨਾਂ ਨੂੰ ਵੀ ਸਾਡਾ ਅੱਜ ਅਸੀਂ ਸਿਰ ਝੁਕਾਉਂਦੇ ਹਾਂ, ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ ਦਿੰਦੇ ਹਾਂ। ਪਰਮਾਤਮਾ ਕਰੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਔਰ ਪਰਿਵਾਰ ਜਿਹੜਾ ਪਿੱਛੇ ਆ ਉਹਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਅਸੀਂ ਉੱਥੇ ਇੰਡੀਆ ਜਾ ਵੀ ਨਹੀਂ ਸਕਦੇ। ਤੇ ਇਸ ਕਰਕੇ ਅਸੀਂ ਭੈਣ ਜੀ ਉਹਨਾਂ ਦੇ ਬਿਲਕੁਲ ਨਾਲ ਆ, ਮੁੰਡੇ ਨਾਲ ਮੁੰਡਾ ਲਾ ਕੇ, ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਉਹਨਾਂ ਨੂੰ ਆਤਮਾ ਨੂੰ ਉਹਨਾਂ ਦੀ ਨੂੰ ਸ਼ਾਂਤੀ ਮਿਲੇ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ, ਕਿਉਂਕਿ ਮਾਵਾਂ ਜਿਹੜੀਆਂ ਜੀ ਉਹ ਕਦੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਮਿਲਦੀਆਂ। ਜਦੋਂ ਇੱਕ ਵਾਰੀ ਇਹ ਪੰਛੀ ਉੱਡ ਗਿਆ ਜੀ, ਤੇ ਫਿਰ ਉਹ ਦੁਬਾਰਾ ਨਹੀਂ ਕਾਬੂ ਆਉਣਾ। ਸਾਰੀ ਦੁਨੀਆ ਦੀ ਅਸੀਂ ਦੌਲਤ ਢੇਰੀ ਕਰ ਦਈਏ, ਪਰ ਪਰਮਾਤਮਾ ਨਹੀਂ ਮਿਲਦਾ ਜੀ, ਮਾਵਾਂ ਨਹੀਂ ਮਿਲਦੀਆਂ ਦੁਬਾਰਾ। ਤੇ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਵੀ ਇਸ ਵੇਲੇ ਦੁੱਖ ਦੇ ਵਿੱਚ ਸ਼ਰੀਕ ਹਾਂ। ਤੇ ਇਸ ਕਰਕੇ ਆਪਾਂ ਸਾਰੇ ਜਣੇ ਜਦੋਂ ਵੀ ਕੋਈ ਇੱਦਾਂ ਦੀ ਘਟਨਾ ਵਾਪਰੀਦੀ ਆ, ਆਪਾਂ ਉਹਦੀ ਨਿੰਦਿਆ ਕਰੀਏ ਵੱਧ ਤੋਂ ਵੱਧ, ਤੇ ਖਾਸ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਜ਼ਰੂਰ ਦਈਏ ਜਿਹੜੇ ਇਸ ਵੇਲੇ ਉੱਥੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਰਹੇ ਨੇ। ਠੀਕ ਹੈ ਜੀ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੀਏ। ਇੱਕ ਮਾੜਾ ਜਿਹਾ ਮੈਨੂੰ ਦੱਸੋ ਜੀ, ਮੈਨੂੰ ਹਮੇਸ਼ਾ ਇੱਕ ਡਾਊਟ ਰਹਿੰਦਾ ਵੀ ਆਵਾਜ਼ ਮੇਰੀ ਸਹੀ ਆ ਰਹੀ ਆ? ਦੇਖਣਾ ਜੀ, ਇੱਕ ਮਿੰਟ, ਆਵਾਜ਼ ਠੀਕ ਆ ਰਹੀ ਆ ਮੇਰੀ? ਕਿਉਂਕਿ ਮੈਨੂੰ ਆਵਾਜ਼ ਤੇ ਥੋੜਾ ਜਿਹਾ ਡਾਊਟ ਹੁੰਦਾ ਜੀ। ਹੈਲੋ, ਹਾਂ ਠੀਕ ਹੈ, ਓਕੇ ਕੁਲਵਿੰਦਰ ਜੀ, ਥੈਂਕ ਯੂ ਜੀ ਕੁਲਵਿੰਦਰ ਜੀ। ਠੀਕ ਆ ਜੀ, ਠੀਕ ਆ ਜੀ। ਤੇ ਹੋਰ ਸੁਣਾਓ, ਅੱਜ ਤੁਹਾਡਾ ਕਿੱਦਾਂ ਦਾ ਦਿਨ ਰਿਹਾ ਜੀ ਸਾਰਿਆਂ ਦਾ, ਤੇ ਕੀ ਤੁਸੀਂ ਉੱਥੇ ਮੁਜ਼ਾਹਰੇ ਤੇ ਕੌਣ ਕੌਣ ਗਿਆ ਸੀ ਜੀ? ਸਾਰਿਆਂ 'ਚ ਦੱਸੋ ਕੌਣ ਕੌਣ ਗਿਆ ਸੀ। ਅੱਜ ਪਤਾ ਕੀ ਗੱਲ ਹੈ, ਇੰਨੀ ਨੱਠ ਭੱਜ ਪਈ ਸੀ ਜੀ। ਮੈਂ ਬਾਅਦ ਵਿੱਚ ਜਦੋਂ ਆ ਕੇ ਫੇਸਬੁੱਕ ਤੇ ਆਨਲਾਈਨ ਦੇਖਿਆ, ਮੈਨੂੰ ਪਤਾ ਲੱਗਾ ਇੰਨੀ ਦੁਨੀਆ ਆਈ ਸੀ, ਇੰਨੇ ਲੋਕ ਆਏ ਸੀ, ਇੰਨੇ ਸਾਰੇ ਜਣੇ ਜਿਹੜੇ ਵਾਕਫ ਮੇਰੇ ਆਏ। ਬਿਲਕੁਲ ਰੂਪੀ ਜੀ, ਬਿਲਕੁਲ ਗੱਲ ਸਹੀ ਹੈ ਜੀ। ਪਰਿਵਾਰ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਤੇ ਕੀ ਕਰ ਸਕਦੇ ਜੀ, ਪਰ ਮਾਂ ਕਿਸੇ ਦੀ ਨਾ ਵਿਛੜੇ ਜੀ। ਕੁਛ ਕੀਤਾ ਨਹੀਂ ਜਾ ਸਕਦਾ, ਪਰ ਮਾਂ ਕਦੀ ਨਾ ਕਿਸੇ ਦੀ ਵਿਛੜੇ ਜੀ। ਬਹੁਤ ਮੁਸ਼ਕਿਲ ਹੈ ਸੱਟ ਜਿਹੜੀ ਹੈ ਨਾ। ਤੇ ਕਿੱਦਾਂ ਰਿਹਾ ਜੀ, ਕਿੱਦਾਂ ਕੌਣ ਕੌਣ ਗਿਆ ਸੀ ਦੱਸੋ? ਅੱਜ ਉੱਥੇ ਮੁਜ਼ਾਹਰੇ ਦੇ ਵਿੱਚ ਕੌਣ ਕੌਣ ਗਿਆ ਸੀ? ਹਾਂਜੀ, ਇਹ ਵੀ ਗੱਲ ਸੀਗੀ ਕੁਲਵਿੰਦਰ ਕੌਰ ਜੀ, ਵਾਕਿਆ ਮਾਸਕ ਕਰਕੇ ਪਤਾ ਵੀ ਨਹੀਂ ਸੀ ਲੱਗਦਾ। ਤੇ ਇੱਕ ਦੌੜ ਭੱਜ ਮੈਨੂੰ ਵੀ ਸੀ, ਜਿੰਨਾ ਵੱਧ ਤੋਂ ਵੱਧ ਕਵਰ ਹੋ ਰਵੇ। ਤੇ ਮੈਂ ਉਹ ਦੇਖਿਆ ਸਾਡੇ ਨਾਲ ਆਪਾਂ ਕਲਾਸ ਦੇ ਵਿੱਚ ਆਉਂਦੇ ਹੁੰਦੇ ਆ ਰਣਜੀਤ ਕੌਰ ਹੋਣੀ, ਤੇ ਮੈਂ ਦੇਖਿਆ ਉਹ ਵੀ ਆਏ ਹੋ ਸੀ ਉੱਥੋਂ ਗਿੰਟ ਤੋਂ। ਤੇ ਮੈਂ ਉਹ ਆਨਲਾਈਨ ਹੋਏ ਤਾਂ ਮੈਨੂੰ ਪਤਾ ਲੱਗਾ, ਬਹੁਤਿਆਂ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਇੱਥੇ ਆਏ। ਤੇ ਮੈਂ ਜਦੋਂ ਆ ਰਿਹਾ ਸੀ ਘਰ ਨੂੰ, ਰਸਤੇ ਦੇ ਵਿੱਚ ਕਈ ਗੱਡੀਆਂ ਮੈਨੂੰ ਮਿਲੀਆਂ, ਮੈਂ ਉਹ ਦੇਖੇ ਹੀ ਨਹੀਂ ਉੱਥੇ। ਤੇ ਉਹ ਬਾਅਦ 'ਚ ਮੈਂ ਦੇਖਿਆ ਜੀ, ਇਹਦਾ ਮਾਸਕ ਲਾ ਕੇ ਉਹ ਗੱਡੀਆਂ 'ਚ ਬੈਠੇ, ਮੈਨੂੰ ਹੌਰਨ ਮਾਰ ਮਾਰ ਕੇ ਲੰਘਣ। ਮੈਂ ਕਿਹਾ ਅੱਛਾ ਜੀ, ਤੁਸੀਂ ਵੀ ਗਏ ਸੀ। ਮਤਲਬ ਇੰਨੀ ਜਨਤਾ ਸੀ ਆਪਣੀ ਬੈਲਜੀਅਮ ਦਾ, ਕੋਈ ਮੇਰਾ ਖਿਆਲ ਨਹੀਂ ਕਰ ਰਿਹਾ ਹੋਊਗਾ ਜਿਹਨੂੰ ਵੀ ਕਿਸਾਨੀ ਦੇ ਨਾਲ, ਜਾਂ ਜਿਹਨੂੰ ਵੀ ਕਿਸਾਨੀ ਨਾ ਕੀ ਜੀ। ਮੈਂ ਤਾਂ ਇੱਕ ਗੱਲ ਕੱਲ੍ਹ ਮੈਂ ਸ਼ੇਰ ਵੀ ਇੱਕ ਲਿਖਿਆ ਸੀ, ਛੋਟੀ ਜਿਹੀ ਕਵਿਤਾ ਲਿਖੀ ਸੀ ਵੀ ਮੈਂ ਜੇ ਕਿਸਾਨ ਦਾ ਪੁੱਤ ਨਹੀਂ, ਪਰ ਢਿੱਡ ਤਾਂ ਮੈਨੂੰ ਲੱਗਾ ਆ ਨਾ। ਤੇ ਹਾਂਜੀ, ਤੁਸੀਂ ਤਾਂ ਗਏ ਸੀ ਜੀ, ਮੈਨੂੰ ਪਤਾ, ਤੁਹਾਨੂੰ ਮੈਂ ਦੇਖਿਆ ਸੀਗਾ, ਤੁਹਾਨੂੰ ਵੀ ਦੇਖਿਆ, ਕੁਲਵਿੰਦਰ ਜੀ ਉਹਨਾਂ ਨੂੰ ਵੀ ਦੇਖਿਆ,
ਮੰਜੂ ਭੱਟੀ ਜੀ ਨੂੰ ਵੀ ਦੇਖਿਆ, ਕਾਫੀਆਂ ਨੂੰ ਦੇਖਿਆ ਮੈਂ। ਤੇ ਇੱਕ ਉਹ ਡੋਲ ਜੀ ਸਾਡੇ ਕਨੁੱਕੇ ਤੋਂ ਆ, ਉਹਨਾਂ ਨੂੰ ਵੀ ਦੇਖਿਆ। ਤੇ ਨਿੱਕੀ ਉਹਨਾਂ ਦੇ ਪਰਿਵਾਰ ਨੂੰ ਦੇਖਿਆ। ਤੇ ਉਹਨਾਂ ਨੂੰ ਤਾਂ ਮੈਂ ਸਪੈਸ਼ਲ ਥੈਂਕ ਯੂ ਕੀਤਾ। ਮੈਂ ਕਿਹਾ ਨਿੱਕੀ ਨਹੀਂ, ਅੱਜ ਮੇਰੀ ਧੀ ਰਾਣੀ ਨਹੀਂ ਆਈ ਤੇ ਬੱਚੇ ਆਏ। ਗੁੜੀਆ ਨੂੰ ਮੈਂ ਕਿਹਾ ਵੀ ਤੇਰਾ ਬਹੁਤ ਸੋਹਣੀ ਕੱਲ ਤੂੰ ਵੀਡੀਓ ਬਣਾਈ ਸੀ, ਮੈਨੂੰ ਬੜੀ ਚੰਗੀ ਲੱਗੀ। ਤੇ ਕਾਫੀਆਂ ਨੂੰ ਮੈਂ ਉੱਥੇ ਮਿਲਿਆ, ਪਰ ਫੇਰ ਵੀ ਬਹੁਤ ਜਦੋਂ ਮੈਂ ਬਾਅਦ ਵਿੱਚ ਆਨਲਾਈਨ ਘਰ ਆ ਕੇ ਚੈੱਕ ਕੀਤਾ ਤਾਂ ਮੈਂ ਕਿਹਾ ਯਾਰ ਮਾਧਵਾ, ਮੈਂ ਦੇਖੇ ਨੇ ਇਹਨਾਂ ਨੂੰ। ਕਿਰਪਾਲ ਸਿੰਘ ਉਹਨਾਂ ਭਾਜੀ ਉਹਨਾਂ ਨੂੰ ਮੈਂ ਮਿਲਿਆ ਉੱਥੇ। ਤੇ ਸੰਤਰੂਰ ਤੋਂ ਕਾਫੀ ਲੋਕ ਸੀ ਜਿਨ੍ਹਾਂ ਨੂੰ ਮਿਲਿਆ। ਤੇ ਮਤਲਬ ਵਧੀਆ ਸੀ, ਸਾਰਾ ਵਧੀਆ ਸੀ। ਤੇ ਕੁਝ ਗੱਲਾਂ ਤੋਂ ਡਰ ਲੱਗਦਾ ਸੀ, ਜਿਹੜਾ ਉਹ ਪਿੱਛੇ ਨਵੇਂ ਮੁੰਡੇ ਆਏ ਸੀ ਹਾਲੈਂਡ ਤੋਂ, ਥੋੜਾ ਜਿਹਾ ਉਹਨਾਂ ਨੂੰ ਲੈ ਕੇ ਹਾਂ ਥੋੜਾ ਜਿਹਾ ਮਨ ਦੇ ਵਿੱਚ। ਹਾਂਜੀ ਬਿਲਕੁਲ ਜੀ ਮੰਜੂ ਜੀ, ਬਿਲਕੁਲ ਇਹ ਗੱਲ ਸਹੀ ਆ। ਤੇ ਉਹ ਹਾਲੈਂਡ ਦੇ ਜਿਹੜੇ ਸੀ ਉਹ ਥੋੜਾ ਜਿਹਾ ਉਹਨਾਂ ਤੋਂ ਮਨ ਥੋੜਾ ਜਿਹਾ ਘਬਰਾਉਂਦਾ ਸੀ ਵੀ ਕੋਈ ਇੰਨੀ 19 ਕੀ ਗੜਬੜ ਨਾ ਹੋ ਜਾਏ, ਕਿਉਂਕਿ ਪੁਲਿਸ ਜਿਹੜੀ ਆ ਉਹ ਸਖਤੀ ਕਰ ਸਕਦੀ ਸੀ। ਪਰ ਉਹਨਾਂ ਨੇ ਬਹੁਤ ਨਰਮੀ ਦਿਖਾਈ। ਬਾਅਦ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਨ ਗਏ ਸੀ ਜੀ ਪੁਲਿਸ ਵਾਲਿਆਂ ਦਾ। ਤੇ ਉਹ ਕਹਿੰਦਾ ਵੀ ਮੈਨੂੰ ਕਦੀ ਨਹੀਂ ਇੱਦਾਂ, ਜਦੋਂ ਖਾਸ ਕਰਕੇ ਸਿੱਖ ਮੁਜ਼ਾਹਰਾ ਕਰਦੇ, ਕਹਿੰਦਾ ਮੈਂ ਹਮੇਸ਼ਾ ਇਹ ਗੱਲ ਠੀਕ ਹੈ ਵੀ ਤੁਸੀਂ 200 ਕਹਿ ਕੇ 1000 ਹੋ ਜਾਂਦੇ ਆ, ਪਰ ਕਦੀ ਮੈਨੂੰ ਇਹ ਨਹੀਂ ਡਰ ਲੱਗਾ ਵੀ ਤੁਸੀਂ ਭੰਨ ਤੋੜ ਕਰੋਗੇ ਜਾਂ ਤੁਸੀਂ ਕਿਸੇ ਕਿਸਮ ਦੇ ਇੱਥੇ ਖਰਾਬੀ ਕਰੋਗੇ। ਤੇ ਇਸ ਕਰਕੇ ਕਹਿੰਦਾ ਮੈਨੂੰ ਕੋਈ ਇਸ ਗੱਲ ਦੀ ਨਹੀਂ ਚਿੰਤਾ। ਤੇ ਇਸੇ ਕਰਕੇ ਉਹਨਾਂ ਨੇ ਥੋੜਾ ਜਿਹਾ ਟਾਈਮ ਸਾਨੂੰ ਜ਼ਿਆਦਾ ਦੇ ਦਿੱਤਾ ਸੀ ਵੀ ਤੁਸੀਂ ਕਰ ਲਓ। ਤੇ ਉਹ ਕਹਿੰਦਾ ਸੀ ਵੀ ਮੈਂ ਇੱਕ ਗੱਲ ਤੋਂ ਤੁਹਾਡੇ ਤੋਂ ਖੁਸ਼ ਹਾਂ, ਬਾਕੀ ਇੱਕ ਗੱਲੋਂ ਨਹੀਂ ਖੁਸ਼, ਕਿਉਂਕਿ ਤੁਸੀਂ 100 ਕਹਿੰਦੇ ਤਾਂ 1000 ਹੋ ਜਾਂਦੇ ਆ। ਤੇ ਚਲੋ ਕਹਿੰਦੇ ਇਸ ਗੱਲ ਦੀ ਕੋਈ ਪ੍ਰੋਬਲਮ ਨਹੀਂ। ਬਾਕੀ ਸਭ ਤੋਂ ਬੜੀ ਗੱਲ ਇਹ ਸੀ ਵੀ ਆਕਾਸ਼ ਜੀ ਸਤਿ ਸ੍ਰੀ ਅਕਾਲ, ਕਿੱਥੇ ਰਹਿ ਗਿਆ ਤੁਸੀਂ ਮਹਾਰਾਜ, ਮੈਂ ਲੱਭਦਾ ਰਿਹਾ ਤੁਹਾਨੂੰ, ਪਤਾ ਨਹੀਂ ਲੱਗਾ ਤੁਹਾਡਾ। ਤੇ ਉਹ ਇਸ ਗੱਲੋਂ ਖੁਸ਼ ਸੀ, ਕਹਿੰਦਾ ਵੀ ਤੁਹਾਡੇ ਜਿੰਨੇ ਵੀ ਇੱਥੇ ਬੰਦੇ ਆਉਂਦੇ ਆ ਜੋ ਵੀ ਆ ਸ਼ਾਂਤਮਈ ਤਰੀਕੇ ਨਾਲ ਸਾਰਾ ਜੋ ਵੀ ਕਰਦੇ ਆ, ਨਾ ਕਿ ਜਿੱਦਾਂ ਦੂਸਰੀਆਂ ਕਈ ਵਾਰੀ ਆਉਂਦੇ ਉਹ ਭੰਨ ਤੋੜ ਕਰਨ ਲੱਗ ਪੈਂਦੇ ਆ। ਜਾਂ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਉਹ ਇੱਕ ਅਮਰੀਕਾ ਦੇ ਵਿੱਚ ਕੇਸ ਹੋਇਆ ਸੀ, ਉਹਦੇ ਸਬੰਧ ਵਿੱਚ ਉੱਥੇ ਕਾਫੀ ਦੁਕਾਨਾਂ ਭੰਨ ਦਿੱਤੀਆਂ ਗਈਆਂ ਸੀ। ਕਹਿੰਦਾ ਇਸ ਗੱਲੋਂ ਤੁਹਾਡੇ ਬੰਦੇ ਜਿਹੜੇ ਆ ਨਾ ਕੀ ਕਹਿੰਦੇ ਆ ਜੀ, ਕੁਲਵਿੰਦਰ ਕੌਰ ਜੀ ਕੀ ਕਹਿੰਦੇ ਆ? ਨਹੀਂ ਨਹੀਂ, ਇਦਾਂ ਕਿੱਥੇ ਹੋ ਸਕਦਾ ਜੀ, ਇਦਾਂ ਨਹੀਂ ਕਦੀ ਵੀ ਹੋ ਸਕਦਾ ਵੀ ਭੈਣਾਂ ਨੂੰ ਭੁੱਲ ਜਾਈਏ ਜੀ, ਇਦਾਂ ਨਹੀਂ ਹੈਗਾ ਕੁਲਵਿੰਦਰ ਕੌਰ ਜੀ। ਤੇ ਪਤਾ ਕੀ ਗੱਲ ਹੈ, ਅੱਜ ਮੈਂ ਕੁਝ ਭੈਣਾਂ ਨੂੰ ਬੇਨਤੀ ਕਰਦਾ ਸੀ ਵੀ ਤੁਸੀਂ ਅੱਗੇ ਆਓ ਤੇ ਬੋਲੋ। ਤੇ ਪ੍ਰੀਤੀ ਨੇ ਬੋਲਣਾ ਸੀ ਸਾਡੇ ਸੰਤਰੂਦਨ ਤੋਂ, ਪਰ ਉਹ ਮੈਂ ਲੱਭਦਾ ਰਿਹਾ ਉਹਨਾਂ ਨੂੰ, ਮੈਨੂੰ ਲੱਭੇ ਨਹੀਂ ਉਹ। ਤੇ ਕਿਉਂਕਿ ਮੈਂ ਉਹ ਬੰਦ ਕੀਤਾ ਸੀ ਅੱਜ ਆਪਣਾ ਉਹਨੂੰ ਜਿਹੜਾ ਜਹਾਜ਼ ਵਾਲੀ ਫੋਟੋ ਤੇ ਉਂਗਲ ਲਾ ਕੇ ਮੋਬਾਈਲ ਕੀਤਾ ਸੀ ਮੈਂ ਬੰਦ, ਕਿਉਂਕਿ ਜਦੋਂ ਅਸੀਂ ਰਿਕਾਰਡਿੰਗ ਕਰਦੇ ਜੇ ਕਿਸੇ ਦਾ ਬਿੱਲ ਆ ਜਾਵੇ ਨਾ ਟੈਲੀਫੋਨ ਕੋ ਕਰ ਦੇਵੇ ਤੇ ਫਿਰ ਉਹ ਰਿਕਾਰਡਿੰਗ ਸਾਡੀ ਸਾਰੀ ਦੀ ਸਾਰੀ ਖਰਾਬ ਹੋ ਜਾਂਦੀ, ਉਹ ਵਿੱਚ ਬਿੱਲ ਭਰ ਜਾਂਦੀ ਆ। ਤੇ ਉਹ ਇਸ ਕਰਕੇ ਮੈਂ ਬੰਦ ਕੀਤਾ ਸੀ। ਪਰ ਪ੍ਰੀਤੀ ਨੇ ਮੈਨੂੰ ਮੈਸੇਜ ਕੀਤਾ ਵੀ ਅੰਕਲ ਜੀ ਕਿੱਥੇ ਆ ਤੁਸੀਂ, ਪਰ ਮੈਂ ਉਹ ਦੇਖ ਨਹੀਂ ਸਕਿਆ। ਜਦੋਂ ਮੈਂ ਰਸਤੇ 'ਚ ਆਇਆ ਫਿਰ ਮੈਂ ਉਹ ਮੈਸੇਜ ਦੇਖਿਆ। ਤੇ ਮੈਂ ਚਾਹੁੰਦਾ ਸੀ ਪ੍ਰੀਤੀ ਵੀ ਬੋਲੇ, ਇੱਕ ਲੜਕੀ ਆਪਣੇ ਸੰਤਰੂਦਨ ਤੋਂ ਬੋਲੀ ਸੀ, ਹੋਰ ਵੀ ਜੇ ਕੋਈ ਬੋਲਣਾ ਚਾਹੁੰਦਾ ਸੀ ਕੋਈ ਦਿੱਕਤ ਨਹੀਂ ਸੀ। ਤੇ ਪਰ ਨਹੀਂ ਕੋਈ ਸਾਹਮਣੇ ਆਇਆ। ਤੇ ਬਾਕੀ ਇਦਾਂ ਦੀ ਨਹੀਂ ਕੋਈ ਗੱਲ ਕੁਲਵਿੰਦਰ ਜੀ, ਸਾਰੇ ਬਰਾਬਰ ਆ ਇਸ ਦੁਨੀਆ ਦੇ ਵਿੱਚ, ਸਾਰੇ ਬਰਾਬਰ ਹੈ, ਇਦਾਂ ਦਾ ਕੋਈ ਮਸਲਾ ਨਹੀਂ। ਤੇ ਮੈਂ ਤਾਂ ਖਾਸ ਕਰਕੇ ਲੇਡੀਜ਼ ਨੂੰ, ਬੱਚੀਆਂ ਨੂੰ, ਧੀਆਂ ਰਾਣੀਆਂ ਨੂੰ ਆਪਣੀਆਂ ਨੂੰ ਪ੍ਰਮੋਟ ਕਰਦਾ ਵੀ ਤੁਸੀਂ ਜੇ ਅੱਗੇ ਆਉਣੇ ਬਹੁਤ ਵਧੀਆ ਹੈ। ਜਿੰਨੇ ਆ ਲੜਕੀਆਂ ਨੇ ਜਿੰਨੀਆਂ ਨੇ ਵੀ ਆਪਣੇ ਪੋਸਟਰ ਬਣਾਏ ਸੀ, ਮੈਂ ਉਹਨਾਂ ਨੂੰ ਜ਼ਿਆਦਾ ਸਪੈਸ਼ਲ ਧੰਨਵਾਦ ਕੀਤਾ ਮੁੰਡਿਆਂ ਨਾਲੋਂ, ਕਿਉਂਕਿ ਜੇ ਇਹ ਖੜ ਗਈਆਂ ਨਾ ਤੇ ਸਮਝ ਲਓ ਜ਼ਮਾਨਾ ਬਦਲ ਗਿਆ। ਜਦੋਂ ਧੀਆਂ ਖੜ ਗਈਆਂ ਤਾਂ ਜ਼ਮਾਨਾ ਬਦਲ ਗਿਆ। ਇਸ ਕਰਕੇ ਮੈਂ ਤਾਂ ਉਹਨਾਂ ਨੂੰ ਸਪੈਸ਼ਲ ਕਿਹਾ ਸੀ ਵੀ ਤੁਸੀਂ ਜੇ ਕਿਸੇ ਨੇ ਬੋਲਣਾ ਤਾਂ ਆਓ, ਵਧੀਆ ਗੱਲ ਆ। ਤੇ ਭਾਜੀ ਪੂਰਾ ਭਾਜੀ ਰੁਕੋ ਜੋ ਥੋੜੀ ਦੇਰ ਨਾ ਕਰੋ, ਚਲੋ ਖੈਰ ਭਾਜੀ ਨਾ ਪੂਰਾ ਭਾਜੀ, ਜੇ ਤੁਸੀਂ ਦੇਖਦੇ ਤਾਂ ਥੋੜੀ ਦੇਰ ਨਾ ਭੇਜੋ ਮੈਸੇਜ, ਮੇਰਾ ਖਰਾਬ ਹੋ ਜਾਂਦਾ ਕੰਮ ਸਾਰਾ। ਹਾਂਜੀ ਬਿਲਕੁਲ ਇਹ ਗੱਲ ਵੱਖਰੀ, ਬਿਲਕੁਲ ਸਹੀ ਗੱਲ ਹੈ ਜੀ। ਪੰਜਾਬ ਦੀ ਸ਼ਾਨ ਨਿੱਕੀ ਵੱਖਰੀ ਆ ਵਾਕਿਆ ਹੀ। ਤੇ ਦੇਖੋ ਸਾਰਿਆਂ ਨੂੰ ਉੱਥੇ ਹਲਕਾ ਫੁਲਕਾ ਖਾਣ ਨੂੰ ਵੀ ਮਿਲਿਆ। ਤੇ ਮਤਲਬ ਜਿਹੜੇ ਬਾਹਰੋਂ ਆਏ ਸੀ ਕੋਈ ਇੱਦਾਂ ਨਹੀਂ ਗਿਆ ਵੀ ਉਹ ਕਹੇ ਵੀ ਮੈਂ ਗਏ ਸੀ ਅਸੀਂ ਬੈਲਜੀਅਮ ਤੇ ਅਸੀਂ ਭੁੱਖੇ ਗਏ। ਤੇ ਚਾਹ ਪਾਣੀ ਵੀ ਹਲਕਾ ਫੁਲਕਾ ਸਾਰਾ ਕੀਤਾ ਸੀ, ਕਿ ਸਾਰੇ ਤਾਂ ਨਹੀਂ ਬੈਲਜੀਅਮ ਵਾਲਿਆਂ ਨੂੰ ਮਿਲ ਸਕਿਆ, ਪਰ ਜਿਹੜੇ ਬਾਹਰੋਂ ਸਾਡੇ ਆਏ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਨਹੀਂ। ਪਰ ਜੇ ਲੇਡੀਜ਼ ਨਿੱਕੀ ਉਹੀ ਮੈਂ ਗੱਲ ਕਰ ਰਿਹਾ ਵੀ ਜੇ ਲੇਡੀਜ਼ ਸਾਹਮਣੇ ਆਉਣਗੀਆਂ ਨਾ ਫਿਰ ਟਾਈਮ ਦੀ ਮੈਨੂੰ ਨਹੀਂ ਲੱਗਦਾ ਵੀ ਕਿ ਉੱਥੇ ਬੰਦਾ, ਇੱਕ ਦੋ ਬੱਚੀਆਂ ਨੇ ਬੋਲਿਆ, ਇੱਕ ਉਹ ਜਿਹੜੇ ਆਪਣੇ ਹਰਮਨ ਉਹਨਾਂ ਦੇ ਸ਼ੌਪ ਤੇ ਲੜਕੀ ਆ, ਉਹ ਪਤਾ ਨਹੀਂ ਮੈਨੂੰ ਨਾਮ ਕੀ ਆ, ਉਹਨੇ ਬੋਲਿਆ। ਤੇ ਹੋਰ ਵੀ ਅਸੀਂ ਤਾਂ ਕੋਸ਼ਿਸ਼ ਕਰਦੇ ਸੀ। ਇੱਕ ਲੜਕੀ ਕਹਿੰਦੀ ਮੈਂ ਲਾ ਦੀ ਕਰਦੀ ਹਾਂ ਇੱਥੇ ਬੈਲਜੀਅਮ 'ਚ ਡਿਗਰੀ,
ਉਹ ਵੀ ਬੋਲ ਕੇ ਗਈ ਆ। ਤੇ ਪਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਰੋਕਦਾ ਸੀ, ਇਦਾਂ ਦਾ ਕੋਈ ਮਸਲਾ ਨਹੀਂ ਸੀ। ਪਰ ਲੇਡੀਜ਼ ਆ ਨਹੀਂ ਰਹੀਆਂ ਸੀ ਅੱਗੇ। ਇੱਕ ਦੋ ਨੂੰ ਮੈਂ ਕੈਮਰੇ ਮੂਹਰੇ ਲਿਆਂਦਾ, ਪਰ ਉਹ ਵੀ ਮਤਲਬ ਨਹੀਂ ਬੋਲ ਕੇ ਖੁਸ਼ ਨਹੀਂ ਸੀਗੀਆਂ। ਤੇ ਉਹ ਵੀ ਵਿਚਾਰੀਆਂ ਜੋ ਬੋਲ ਕੇ ਗਈਆਂ, ਉਹ ਮੈਨੂੰ ਪਤਾ ਲੱਗਾ ਜਿਹੜੀ ਗੱਲ ਉਹ ਕਰਕੇ ਗਈਆਂ ਉਹ ਗੱਲ ਕੈਂਸਲ ਹੋ ਗਈ ਆ। ਹੁਣ ਉਹ ਵੀ ਮੈਂ ਦਿਖਾ ਨਹੀਂ ਸਕਣਾ। ਤੇ ਇਸ ਕਰਕੇ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ। ਇਹ ਤਾਂ ਗੱਲ ਹੈਗੀ ਆ ਜੀ। ਥੋੜਾ ਜਿਹਾ ਉਹ ਪਤਾ ਕੀ ਗੱਲ ਹੈ, ਉਹ ਨਾਰਮਲ ਚੌਂਕ ਜਿਹਾ ਜਿਹੜਾ ਹੈਗਾ ਨਾ ਗੱਭੇ, ਜਿੱਥੇ ਆਪਾਂ ਖੜੇ ਸੀ ਰੂਪੀ ਜੀ, ਉਹ ਖੁੱਲੀ ਜਗ੍ਹਾ ਬਹੁਤ ਹੈ। ਪਰ ਹੁਣ ਉੱਥੇ ਉਹਨਾਂ ਨੇ ਕ੍ਰਿਸਮਸ ਕਰਕੇ ਲਾਈਟਾਂ ਲਾਈਆਂ, ਉਹਦੇ ਨਾਲ ਉਹ ਥੋੜਾ ਜਿਹਾ ਘੇਰਾ ਜਿਹਾ ਜ਼ਿਆਦਾ ਰੁਕ ਗਿਆ। ਤੇ ਪਰ ਉਹ ਜਦੋਂ ਆਪਾਂ ਰੋਡ ਤੇ ਮੇਨ ਤੇ ਆ ਗਿਆ ਸੀ, ਉਸ ਵੇਲੇ ਬਹੁਤ ਵਧੀਆ ਹੋ ਗਿਆ ਸੀਗਾ। ਉਹਦੇ ਨਾਲ ਕਾਫੀ ਜਿਹੜੀ ਆ ਆਪਣੇ ਜਿਹੜੀ ਦਿਖਾਈ ਦੇ ਰਹੀ ਸੀ ਜਨਤਾ। ਪਰ ਉਹ ਉਹਦੇ ਕਰਕੇ, ਉਹ ਜਿਹੜਾ ਲਾਈਟਾਂ ਕਰਕੇ ਥੋੜਾ ਜਿਹਾ ਉੱਥੇ ਔਖਾ ਹੋਇਆ ਸੀਗਾ। ਇਸ ਕਰਕੇ ਜਿਹੜੇ ਮੋਹਰੇ ਸਟੇਜ ਤੇ ਜਿਹੜੇ ਬੋਲਦੇ ਸੀ, ਉਹ ਪਿਛਲੇ ਪਾਸੇ ਵਾਲੇ, ਉਹ ਜਿਹੜਾ ਬੁੱਤ ਜਿਹਾ ਉਹਦੇ ਪਿਛਲੇ ਪਾਸੇ ਵਾਲੇ ਦੇਖ ਨਹੀਂ ਸਕਦੇ ਉਹਨਾਂ ਨੂੰ। ਤੇ ਉਹਦੇ ਕਰਕੇ ਉਹ ਇੰਨਾ ਵਧੀਆ ਨਹੀਂ ਰਿਹਾ। ਪਰ ਉਹ ਚਲੋ ਖੈਰ ਜਿੱਦਾਂ ਵੀ ਹੈਗਾ। ਤੇ ਥੋੜਾ ਜਿਹਾ ਇੱਕ ਰਸ਼ ਜ਼ਿਆਦਾ ਹੋਣ ਕਰਕੇ, ਤੇ ਇੱਕ ਜ਼ਿਆਦਾਤਰ ਹੋਰ ਬੜੀ ਪ੍ਰੋਬਲਮ ਆਉਂਦੀ ਆ, ਉਹ ਸਟੇਜ ਤੇ ਜਦੋਂ ਕੈਮਰੇ ਚੱਲਦੇ ਨਾ, ਤੇ ਸਾਰੇ ਬੰਦੇ ਨੇੜੇ ਨੇੜੇ ਨੂੰ ਜ਼ਿਆਦਾ ਹੋਣ ਲੱਗ ਪੈਂਦੇ ਆ ਕੈਮਰਿਆਂ ਦੇ ਚੱਕਰ ਦੇ ਵਿੱਚ। ਤੇ ਉਹਦੇ ਨਾਲ ਥੋੜੀ ਜਿਹੀ ਮੁਸ਼ਕਲ ਜਿਹੜੀ ਉਹ ਵੱਧ ਜਾਂਦੀ ਆ। ਫਿਰ ਉਹ ਜ਼ਿਆਦਾ ਇਕੱਠੇ ਜਾਣ ਲੱਗ ਪਏ। ਪਰ ਵਿੱਚ ਵਿੱਚ ਡਰ ਵੀ ਲੱਗਦਾ ਸੀ। ਇੱਕ ਦੋ ਬੰਦੇ ਲਾਇਓ ਸੀ ਉੱਥੇ ਇਹਨਾਂ ਨੇ ਜਿਹੜੇ ਪ੍ਰਬੰਧਕ ਆ, ਕਿ ਜਿਹੜਾ ਇਹ ਥੋੜਾ ਜਿਹਾ ਸੰਗਤ ਇਕੱਠੀ ਨਾ ਹੋਵੇ, ਖਿੱਲਰ ਖਿੱਲਰ ਕੇ ਰਹੇ। ਪਰ ਫਿਰ ਵੀ ਉਹ ਥੋੜਾ ਜਿਹਾ ਹੋ ਜਾਂਦਾ। ਚਲੋ ਖੈਰ ਕੋਈ ਨਹੀਂ, ਅੱਗੇ ਤੋਂ ਇਹ ਚੀਜ਼ ਜਿਹੜੀ ਆ ਉਹ ਖਿਆਲ ਰੱਖਣਗੇ ਪ੍ਰਬੰਧਕ, ਮੇਰਾ ਖਿਆਲ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਤੇ ਬਾਬਾ ਕਿਰਪਾ ਕਰਦਾ ਜੀ ਹਮੇਸ਼ਾ। ਹੋਰ ਤੁਹਾਨੂੰ ਕੋਈ ਉੱਥੇ ਕਿਹੜੀ ਚੀਜ਼ ਲੱਗੀ ਹੋਵੇ ਜਿਹੜੀ ਘਾਟ ਆ, ਆਪਾਂ ਉਹ ਅੱਗੇ ਜੇ ਕੋਈ ਗਾਂਹ ਇਦਾਂ ਦਾ ਪ੍ਰੋਗਰਾਮ ਬਣਦਾ ਤੇ ਉਹਦੇ ਵਿੱਚ ਆਪਾਂ ਪ੍ਰਬੰਧਕਾਂ ਨੂੰ ਜਾਣਕਾਰੀ ਦੇ ਸਕੀਏ? ਦੱਸੋ ਕੀ ਤੁਹਾਨੂੰ ਉੱਥੇ ਕੀ ਲੱਗਦਾ ਸੀ ਵੀ ਆਪਾਂ ਨੂੰ ਥੋੜਾ ਜਿਹਾ ਹੋਰ ਧਿਆਨ ਰੱਖਣਾ ਚਾਹੀਦਾ ਸੀ? ਕੋਈ ਹੈ ਇਦਾਂ ਦੀ ਗੱਲ ਤੁਹਾਨੂੰ ਲੱਗਦੀ ਤਾਂ ਦੱਸੋ ਜ਼ਰੂਰ। ਕੋਈ ਆਪਾਂ ਨੂੰ ਸਪੈਸ਼ਲ ਧਿਆਨ ਰੱਖਣ ਵਾਲੀ ਗੱਲ ਹੋਵੇ ਤਾਂ ਲੇਡੀਜ਼ ਦਾ ਹੋ ਗਿਆ। ਹੋਰ ਇਹ ਤੋਂ ਇਲਾਵਾ ਕੀ ਹੋਣਾ ਚਾਹੀਦਾ? ਇੱਕ ਹੋਰ ਵੀ ਮੈਨੂੰ ਸ਼ੱਕ ਹੈ ਜੀ, ਕਿਉਂਕਿ ਆਪਣੇ ਕੋਲ ਸਿਰਫ ਸਮਾਂ ਜਿਹੜਾ 1 ਘੰਟੇ ਦਾ ਸੀਗਾ, ਤੇ ਉਹ ਉੱਥੇ ਉਹਨਾਂ ਨੇ ਅੱਧਾ ਕੁ ਘੰਟਾ ਹੋਰ, ਘੰਟਾ ਨਹੀਂ ਮੇਰੇ ਖਿਆਲ ਵਧਾਇਆ, ਅੱਧਾ ਘੰਟਾ ਹੋਰ ਵਧਾ ਦਿੱਤਾ ਸੀਗਾ। ਉਹ ਰਿਕੁਐਸਟ ਕੀਤੀ ਉਹਨਾਂ ਨੇ, ਸਪੈਸ਼ਲ ਪੁਲਿਸ ਵਾਲਾ ਜਿਹੜਾ ਕਮਿਸ਼ਨਰ ਸੀਗਾ, ਤੇ ਉਹਨਾਂ ਨੇ ਅੱਧਾ ਕੁ ਘੰਟਾ ਮੇਰੇ ਖਿਆਲ ਹੋਰ ਵਧਾ ਦਿੱਤਾ ਸੀ। ਪਰ ਜ਼ਿਆਦਾ ਪ੍ਰੋਬਲਮ ਆਪਾਂ ਨੂੰ, ਕਿਉਂਕਿ ਟਾਈਮ ਬਹੁਤ ਥੋੜਾ ਸੀ ਕਰੋਨਾ ਕਰਕੇ। ਅੱਗੇ ਆਪਾਂ ਨੂੰ ਮਿਲਦੇ ਹੁੰਦੇ 3 ਘੰਟੇ 4 ਘੰਟੇ, ਐਤਕੀ ਮਿਲਿਆ ਸੀ 1 ਘੰਟਾ। ਤੇ ਅੱਗੇ ਮਿਲਦੇ ਆਪਾਂ ਨੂੰ 250 ਬੰਦੇ ਦੀ ਪਰਮਿਸ਼ਨ। ਇਸ ਵਾਰ ਮਿਲੀ ਆਪਾਂ ਨੂੰ 100 ਬੰਦੇ ਦੀ ਪਰਮਿਸ਼ਨ। ਤੇ ਦੇਖੋ ਬੰਦਾ ਹੋਣਾ ਉੱਥੇ 1000। ਤੇ ਮਤਲਬ ਇੱਦਾਂ ਥੋੜਾ ਜਿਹਾ ਮੁਸ਼ਕਿਲ ਆਉਂਦੀ ਸੀ, ਹੋਰ ਨਹੀਂ ਕੋਈ ਗੱਲ ਹੈਗੀ। ਤੇ ਜੇ ਆਪਾਂ ਕਹੀਏ ਵੀ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ, ਸਾਰਾ ਠੀਕ ਸੀ। ਰਸ਼ ਤਾਂ ਤੁਹਾਨੂੰ ਪਤਾ ਜਦੋਂ ਰਸ਼ ਹੁੰਦਾ ਫਿਰ ਇੱਕਦਮ ਬਣ ਜਾਂਦਾ, ਨੋਰਮਲ ਗੱਲ ਹੈ। ਤੇ ਹੋਰ ਆਪਾਂ ਕੀ ਹੋਣਾ ਚਾਹੀਦਾ? ਆਪਾਂ ਜੇ ਕੋਈ ਅੱਗੇ ਤੋਂ ਸੁਧਾਰ ਕਰਨਾ ਹੋਵੇ ਤਾਂ ਕੀ ਸੁਧਾਰ ਕਰਨਾ ਚਾਹੀਦਾ? ਉਹਦਾ ਜੀ ਨਿੱਕੀ, ਉਹਦੇ ਬਾਰੇ ਹਜੇ ਕੋਈ ਕਿਹਾ ਨਹੀਂ ਜਾ ਸਕਦਾ, ਕਿਉਂਕਿ ਉਹਦੇ ਬਾਰੇ ਥੋੜੀ ਜਿਹੀ ਮੁਸ਼ਕਲ ਆ। ਤੇ ਮੇਰਾ ਹਜੇ ਕੋਈ ਇਹਦੇ ਬਾਰੇ ਜਾਣਕਾਰੀ ਹੈ ਨਹੀਂ ਗੀ ਜ਼ਿਆਦਾਤਰ। ਰਿੰਕੂ ਵੀਰ ਜੀ, ਉਹਦੇ ਬਾਰੇ ਹਜੇ ਨਿੱਕੀ ਕੋਈ ਜ਼ਿਆਦਾ ਜਾਣਕਾਰੀ। ਹਾਂਜੀ, ਟਾਈਮ ਦੀ ਕਮੀ ਬਹੁਤ ਸੀਗੀ ਰੂਪੀ ਜੀ, ਇਹ ਗੱਲ ਬਿਲਕੁਲ ਸਹੀ ਗੱਲ ਆ। ਤੇ ਉਹਦੇ ਕਰਕੇ ਥੋੜੀ ਜਿਹੀ ਮੁਸ਼ਕਲ ਜਿਹੜੀ ਸੀਗੀ, ਕਿਉਂਕਿ ਟਾਈਮ ਤੋਂ ਬਗੈਰ ਫਿਰ ਇਹਨੇ ਬੁਲਾਰੇ। ਇੱਕ ਹੋਰ ਬੜੀ ਆ ਪ੍ਰੋਬਲਮ ਜੀ, ਜਿਹੜੇ ਬੰਦੇ ਸਾਡੇ ਇੱਕ ਵਾਰ ਮਾਈਕ ਫੜ ਲੈਂਦੇ ਨਾ, ਫਿਰ ਉਹ ਥੋੜਾ ਜਿਹਾ ਲੰਬਾ ਕਈ ਵਾਰ ਲੈ ਜਾਂਦੇ ਗੱਲ। ਤੇ ਅਸੀਂ ਬਾਰ-ਬਾਰ ਇਹ ਵੀ ਗੱਲ ਕਹੀ ਸੀ ਵੀ ਜਿਹੜਾ ਮੁੱਦੇ ਤੋਂ ਬਾਹਰ ਨਾ ਜਾਇਆ ਜਾਵੇ, ਕਿਉਂਕਿ ਜਿੱਦਾਂ ਤੁਸੀਂ ਸੁਣਿਆ ਹੋਣਾ, ਉਹਨਾਂ ਨੇ ਜਿਹੜੇ ਬਲਵੀਰ ਸਿੰਘ ਰਾਜੇਵਾਲ, ਉਹਨਾਂ ਨੇ ਵੀ ਇਹ ਸਪੈਸ਼ਲ ਜਦੋਂ ਉਹ ਆਨਲਾਈਨ ਹੋ ਕੇ ਉਹਨਾਂ ਨੇ ਸਾਰੀ ਦੱਸੀ ਗੱਲਬਾਤ, ਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਮੁੱਦੇ ਤੋਂ ਬਾਹਰ ਨਹੀਂ ਜਾਣਾ, ਅਸੀਂ ਜੋ ਸਾਡਾ ਮੁੱਦਾ ਅਸੀਂ ਉਹ ਮੁੱਦੇ ਦੇ ਵਿੱਚ ਰਹਿ ਕੇ ਗੱਲ ਕਰਨੀ ਆ। ਪਰ ਫਿਰ ਵੀ ਕਈ ਵਾਰੀ ਥੋੜਾ ਜਿਹਾ ਆਪਣੇ ਬੰਦੇ ਭਾਵਕ ਹੋ ਜਾਂਦੇ ਆ, ਤੇ ਥੋੜਾ ਜਿਹਾ ਕਰ ਜਾਂਦੇ ਆ ਉੱਤੇ ਥੱਲੇ। ਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਚੱਲਦਾ ਵਧੀਆ। ਮਤਲਬ ਕੋਈ ਇੱਦਾਂ ਦੀ ਗੱਲ ਹੋਈ ਨਹੀਂ ਜਿਹਦੇ ਨਾਲ ਆਪਾਂ ਕਿਸੇ ਨੂੰ ਦਰਦ ਦਈਏ ਜਾਂ ਕਿਸੇ ਨੂੰ ਦੁੱਖ ਪਹੁੰਚਾਈਏ। ਸਭ ਬਹੁਤ ਤਰੀਕੇ ਦੇ ਨਾਲ ਬੀਤ ਗਿਆ। ਠੀਕ ਆ ਜੀ। ਹੋਰ ਆਪਾਂ ਅੱਜ ਸ਼ੁਰੂ ਕਰੀਏ ਜੀ। ਅੱਜ ਮੈਨੂੰ ਇਹ ਦੱਸੋ ਵੀ ਪੈਸਾ ਕੀ ਹੁੰਦਾ ਜੀ? ਪੈਸਾ ਪਤਾ ਕੀ ਹੁੰਦਾ? ਪੈਸਾ 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 ਕੀ ਹੁੰਦਾ ਜੀ? ਪੈਸਾ ਪਤਾ ਕੀ ਹੁੰਦਾ? ਪੈਸਾ ਕਿਹਨੂੰ ਕਹਿੰਦੇ? ਪੈਸਾ ਸਾਰੇ ਪੰਜਾਬ ਵਾਲੇ ਉਹ
ਬਿਲਕੁਲ ਜੀ ਬਿਲਕੁਲ ਨਾ ਨਿੱਕੀ, ਸਾਰਿਆਂ ਨੂੰ ਦੇਣਾ ਚਾਹੀਦਾ ਮੌਕਾ, ਪਰ ਟਾਈਮ ਦੀ ਥੋੜੀ ਜਿਹੀ ਜਦੋਂ ਦਿੱਕਤ ਹੁੰਦੀ ਫਿਰ ਕਈ ਵਾਰੀ ਦੇਖਣਾ ਪੈਂਦਾ ਨਾ ਆਪਾਂ ਨੂੰ। ਫਿਰ ਜਿਹੜੇ ਪ੍ਰਬੰਧਕ ਆ ਉਹ ਵੀ ਮਜਬੂਰ ਹੁੰਦੇ ਆ, ਫਿਰ ਜਦੋਂ ਪ੍ਰਬੰਧਕਾਂ ਨੇ ਬਾਹਰੋਂ ਬੰਦੇ ਬੁਲਾ ਲਿਆ ਹੁਣ, ਫਿਰ ਕਈ ਵਾਰੀ ਪਹਿਲਾਂ ਇਹ ਦੇਖਣਾ ਪੈਂਦਾ ਵੀ ਬਾਹਰਲਿਆਂ ਨੂੰ ਸਮਾਂ ਦਿੱਤਾ ਜਾਵੇ, ਕਿਉਂਕਿ ਫਿਰ ਅਗਲੇ ਇਤਰਾਜ਼ ਕਰਨ ਲੱਗ ਪੈਂਦੇ ਆ, ਫਿਰ ਅਗਲੀ ਵਾਰੀ ਆਉਂਦੇ ਨਹੀਂ। ਤੇ ਇੱਕ ਖਾਸ ਕਰਕੇ ਜੇ ਅੰਬੈਸੀ ਦੇ ਸਾਹਮਣੇ ਜਾਂ ਇੱਧਰ ਉੱਧਰ ਹੁੰਦਾ, ਫੇਰ ਆਪਣੇ ਲੋਕਲ ਹੋਣੇ ਸੀ, ਉਹ ਯੂਰਪੀਅਨ ਪਾਰਲੀਮੈਂਟ ਕਰਕੇ ਸਾਰੇ ਜਣੇ ਬਾਹਰੋਂ ਵੀ ਆ ਗਏ, ਫਿਰ ਉਹਨਾਂ ਨੇ ਸੋਚਿਆ ਯੂਰਪ ਭਰਦਾ ਹੀ ਆ, ਤੇ ਇਸ ਕਰਕੇ ਮਤਲਬ ਥੋੜੀ ਜਿਹੀ ਇਹ ਜਿਹੜੀ ਦਿੱਕਤ ਬਣ ਗਈ। ਪਰ ਚਲੋ ਖੈਰ ਬਹੁਤ ਵਧੀਆ ਰਿਹਾ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਪੈਸਾ ਪੈਸਾ ਉਹ ਪੈਸਾ ਨਹੀਂ ਜੀ, ਪੈਸੇ ਜਿਹੜੇ ਹੁੰਦੇ ਉਹ ਨਹੀਂ ਮੈਂ ਕਹਿ ਰਿਹਾ ਜੀ। ਪੈਸੇ ਚ ਪਿਆ ਪੈਸਾ। ਕਹਿੰਦਾ ਮੈਂ ਜਦੋਂ ਖੇਤਾਂ ਵੱਲ ਨੂੰ ਜਾ ਰਿਹਾ ਸੀ ਤੇ ਪੈਸੇ ਦੇ ਵਿੱਚ ਆ ਰੰਬਾ ਪਿਆ ਸੀ। ਪੈਸਾ ਕੁਲਵਿੰਦਰ ਕੌਰ ਜੀ, ਪੈਸਾ 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 ਕੀ ਹੁੰਦਾ? ਰਾਸਤੇ ਨੂੰ ਕੀ ਕਹਿੰਦੇ ਹੋਰ? ਰਾਸਤਾ ਜਿਹੜਾ ਹੁੰਦਾ, ਰਾਸਤਾ ਹੈਂ, ਰਾਸਤੇ ਨੂੰ ਨਹੀਂ ਕਹਿੰਦੇ ਪੈਸਾ ਜੀ। ਇੱਕ ਪੈਸਾ 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 ਜਿਹੜੀ ਤੁਸੀਂ ਸਮਝ ਗਏ, ਮੈਂ ਭਾਨ ਭੂਨ ਵਗੈਰਾ ਪੈਸੇ ਬਹੁਤ ਇਹਦੇ ਕੋਲ ਆਪਾਂ ਛੋਟਾ ਜਿਹਾ, ਪਰ ਉਹ ਪੈਸਾ ਹੁੰਦਾ, ਆਪਾਂ ਉਹਨੂੰ ਦੇਸੀ ਤਰੀਕੇ ਨਾਲ ਪੈਸਾ ਕਹਿੰਦੇ। ਜੇ ਨਿੱਕੀ ਤੁਹਾਨੂੰ ਪਤਾ ਆਪਣਾ ਗਵੇਸ ਨੂੰ ਗਯਾਲਾ ਕਹਿੰਦੇ ਆ ਹਨਾ, ਗਯਾਲਾ ਜਾਂ ਤੁਹਾਡੇ ਵੱਲ ਦਾ ਡੀਐਲੈਕਟ। ਆੜ ਕੁਲਵਿੰਦਰ ਕੌਰ ਜੀ, ਆੜ ਤਾਂ ਚਲੋ ਹੁੰਦੀ ਆ, ਪੈਸਾ ਹੁੰਦਾ ਜਿਹੜਾ ਆਪਾਂ ਜਿੱਦਾਂ ਰਾਸਤਾ ਹੁੰਦਾ ਛੋਟਾ ਜਿਹਾ ਪੈਸਾ ਬਣਿਆ। ਹਾਂ, ਵੱਟ ਵੀ ਪਤਾ ਜੀ, ਵੱਟ ਕੀ ਹੁੰਦੀ ਆ? ਵੱਟਾਂ ਹੁੰਦੀਆਂ ਜੀ ਜਦੋਂ ਇਹ ਪੰਜਾਬੀ ਦੀ ਕਹਾਵਤ ਹੈ ਜੀ ਵੀ ਜੱਟ ਵੱਟ ਨਹੀਂ ਛੱਡਦਾ ਆਪਣੀ ਵੱਟ, ਇਹ ਇਦਾਂ ਦੀਆਂ ਕਹਾਵਤਾਂ ਆਪਣੀਆਂ ਪੰਜਾਬ ਦੀਆਂ। ਵੱਟਾਂ ਹੁੰਦੀਆਂ ਜਦੋਂ ਆਲੂ ਬੀਜਦੇ ਤਾਂ ਵੀ ਵੱਟਾਂ ਪਾਉਂਦੇ ਆ, ਤੇ ਉਹ ਵੱਟਾਂ ਜਿਹੜੀਆਂ ਪਾਉਂਦੇ ਆ ਜੀ ਹੱਥ ਨਾਲ ਜਦੋਂ ਪਾਉਂਦੇ ਹੁੰਦੇ, ਹੁਣ ਤਾਂ ਚਲੋ ਮਸ਼ੀਨੀ ਆ ਗਈਆਂ। ਉਹ ਜਿਹੜੇ ਬੰਦੇ ਇੱਕ ਪਾਸੇ ਧੱਕਦਾ ਹੁੰਦਾ ਸੀ ਐ, ਤੇ ਦੂਜੇ ਪਾਸੇ ਇੱਕ ਰੱਸੀ ਜੇ ਖਿੱਚਦਾ ਹੁੰਦਾ ਸੀ, ਉਹ ਚੀਜ਼ ਦਾ ਕੀ ਨਾਂ ਸੀਗਾ ਜੀ, ਪਤਾ ਕੁਛ? ਹਾਂਜੀ, ਕੱਚੀ ਸੜਕ ਆ, ਬਿਲਕੁਲ ਬਿਲਕੁਲ, ਰੂਪੀ ਜੀ ਨੇ ਦੱਸਿਆ ਹੈ। ਹਾਂਜੀ, ਸੜਕ ਕੱਚੀ ਨੂੰ ਪਿਆ ਕਿਹਾ ਜਾਂਦਾ ਜੀ, ਰਾਹ ਰਾਸਤਾ, ਬਿਲਕੁਲ ਇਹ ਵੀ ਸਹੀ ਗੱਲ ਆ। ਜਿਹੜੀ ਕੱਚੀ ਸੜਕ ਹੁੰਦੀ ਹੈ ਨਾ ਜੀ, ਉਹਨੂੰ ਕਹਿੰਦੇ ਪੈਸਾ। ਉਹ ਕਹਿੰਦੇ ਪੈਸੇ ਪੈਸੇ ਚੱਲ ਜਾਈ, ਆਹ ਨੇੜੇ ਤਾਂ ਹੈਗਾ, ਪੈਸੇ ਪੈਸੇ ਚੱਲ ਜਾਈ, ਹੈ ਨਾ, ਉਹਨੂੰ ਕਹਿੰਦੇ ਆਪਾਂ ਪੈਸਾ। ਇੱਕ ਹੁੰਦਾ ਜੀ ਪੈਸੇ ਦੇ ਨਾਲ ਦਾ ਰਿਸ਼ਤੇਦਾਰੀ ਵਾਲਾ, ਇਹਦਾ ਚਿਹਾ ਚਿਹਾ ਪਵਾਇਆ ਸੀ, ਕਹਿੰਦੇ ਚਿਹਾ ਪਵਾ ਲਿਆ। ਚਿਹਾ ਕੀ ਹੁੰਦਾ? ਕਿੱਥੇ ਪਵਾ ਲਿਆ ਚਿਹਾ? ਉਹ ਕੀ ਹੁੰਦਾ ਪਤਾ ਕੁਛ? ਚਿਹਾ ਕੀ ਹੁੰਦਾ? ਪਹਿਲੇ ਟਾਈਮਾਂ 'ਚ ਬਹੁਤ ਪਾਉਂਦੇ ਹੁੰਦੇ ਸੀ ਲੋਕੀ, ਚਿਹਾ ਪਵਾਇਆ ਜੀ, ਹਨਾ। ਜਿੱਦਾਂ ਅੱਜ ਕੱਲ੍ਹ ਲੈਂਟਰ ਪਾਉਂਦੇ ਆ ਨਾ, ਪਹਿਲਾਂ ਚਿਹੇ ਪਾਉਂਦੇ ਹੁੰਦੇ ਸੀ। ਔਰ ਪਾਉਂਦੇ ਕਿੱਥੇ ਸੀ? ਖੁਰਲੀ 'ਚ, ਚੁੱਲ੍ਹੇ 'ਚ, ਦੁੱਧ ਦੇ ਵਿੱਚ, ਕੋਈ ਖਾਣ ਵਾਲੀ ਚੀਜ਼ ਆ ਚਿਹਾ? ਦੱਸੋ ਸਾਰੇ ਜਾਣੇ। ਸ਼ਸ਼ੀ ਦਰਸ਼ਨ, ਚਿਹਾ ਕਿਹਨੂੰ ਕਹਿੰਦੇ ਜੀ? ਸੰਗਤ ਘਟਦੀ ਜਾ ਰਹੀ ਜੀ ਅੱਜ, ਮੇਰੇ ਖਿਆਲ ਸਭ ਥੱਕ ਗਏ ਮਜਾਰੇ ਤੇ ਜਾ ਕੇ। ਚਿਹਾ ਚਿਹਾ ਪਤਾ ਜੀ ਕੀ ਹੁੰਦਾ ਚਿਹਾ? ਨਹੀਂ ਪਤਾ ਹੈ? ਅੱਛਾ, ਰੋਟ ਕੀ ਹੁੰਦਾ ਜੀ? ਰੋਟ ਰੋਟ ਕਿਹੜੀ ਚੀਜ਼ ਦਾ ਨਾਂ ਆ? ਰੋਡ ਨਹੀਂ, ਰੋਟ।
ਚਿਹਾ ਚਿਹਾ ਜੀ ਜਿਹੜੇ ਕੱਚੇ ਮਕਾਨ ਹੁੰਦੇ ਸੀ ਨਾ ਜੀ, ਚਿਹੇ ਬਾਰੇ ਮੈਂ ਦੱਸਦਾ। ਜਿਹੜੇ ਕੱਚੇ ਮਕਾਨ ਹੁੰਦੇ ਸੀ, ਜਦੋਂ ਉਹਨਾਂ ਨੂੰ ਲਿਪਦੇ ਹੁੰਦੇ ਸੀ ਤੇ ਉੱਤੇ ਜਿਹੜੀ ਮੋਟੀ, ਹਾਂ ਬਿਲਕੁਲ ਆ ਮੰਜੂ ਜੀ ਨੇ ਸਹੀ ਦੱਸਿਆ, ਮਿੱਟੀ ਦੇ ਘੋਲ ਨੂੰ ਪਲਾਸਟਰ ਕਹਿੰਦੇ ਜਿਹਨੂੰ ਆਪਾਂ, ਉਹਨੂੰ ਚਿਹਾ ਕਹਿੰਦੇ ਸੀ। ਰਣਜੀਤ ਕੌਰ ਜੀ ਸਤਿ ਸ੍ਰੀ ਅਕਾਲ, ਤੁਸੀਂ ਲੇਟ ਹੋ ਗਏ, ਅੱਜ ਤੁਹਾਡੇ ਕੋਲ ਬਹੁਤ ਜਵਾਬ ਜਾਣਨੇ ਸੀ ਮੈਂ। ਤੇ ਉਹ ਜਿਹੜਾ ਮੋਟੀ ਜਿਹੀ ਤਹਿ, ਜਦੋਂ ਪੁਰਾਣੇ ਟਾਈਮ 'ਚ ਕੱਚੇ ਕੋਠਿਆਂ ਨੂੰ ਉੱਪਰੋਂ ਛੱਤ ਤੋਂ ਲਿਪਦੇ ਹੁੰਦੇ ਸੀ ਤੂੜੀ ਪਾ ਕੇ, ਉਹਨੂੰ ਕਹਿੰਦੇ ਹੁੰਦੇ ਸੀ ਚਿਹਾ ਪਾਉਣਾ। ਚਿਹਾ ਪਾ ਕੇ ਤੇ ਉਹ ਤੋਂ ਬਾਅਦ ਕਈ ਵਾਰੀ ਗੋਹਾ ਮਿੱਟੀ ਰਲਾ ਕੇ ਤੇ ਕਈ ਵਾਰੀ ਤੂੜੀ ਮਿੱਟੀ ਰਲਾ ਕੇ ਲੱਤ ਦੇ ਉਹ ਕਰਦੇ ਹੁੰਦੇ ਸੀ ਉਹਦਾ ਪਲਾਸਟਰ ਕਾ ਬੱਠੇ। ਬਿਲਕੁਲ ਸਹੀ ਗੱਲ ਹੈ ਜੀ, ਪਰ ਉਹ ਉੱਪਰ ਜ਼ਿਆਦਾਤਰ ਛੱਤਾਂ ਤੇ ਕਰਦੇ। ਹਾਂਜੀ ਮਿੱਠੀ ਕੀ ਲਿਖਿਆ ਤੁਸੀਂ ਰੂਪੀ ਜੀ? ਅੱਛਾ ਅੱਛਾ, ਤੁਹਾਡੇ ਮਿੱਠੀ ਰੋਟੀ ਵੱਡੀ, ਇਹ ਕੀ ਹੋਇਆ ਜੀ? ਮਿੱਠੀ ਰੋਟੀ, ਹਾਂਜੀ ਅੱਛਾ, ਤੁਸੀਂ ਉਹ ਦੂਏ ਬਾਰੇ ਦੱਸਦੇ ਆ ਮੇਰੇ ਖਿਆਲ। ਹਾਂ ਹਾਂ ਠੀਕ ਹੈ ਠੀਕ ਹੈ। ਰੋਟ ਬਾਰੇ ਤੁਸੀਂ ਦੱਸਿਆ ਜੀ, ਉਹ ਰੂਪੀ ਜੀ, ਉਹ ਮੇਰੇ ਖਿਆਲ ਉਹਦੇ ਬਾਰੇ ਤੁਸੀਂ ਮਿੱਠੀ ਰੋਟੀ ਦੱਸਦੇ ਆ। ਉਹ ਥੋੜਾ ਜਿਹਾ ਮੋਟਾ ਹੁੰਦਾ ਜੀ, ਤੇ ਹੁਣ ਤਾਂ ਮੇਰਾ ਖਿਆਲ ਨਹੀਂ ਸ਼ਾਇਦ ਪੰਜਾਬ ਦੇ ਵਿੱਚ ਬਣਦਾ ਹੋਊਗਾ, ਪਹਿਲਾਂ ਰੋਟ ਬਹੁਤ ਬਣਦਾ ਹੁੰਦਾ ਸੀ। ਜਿਹੜੇ ਆਪਣੇ ਨਾ ਖਾਸ ਕਰਕੇ ਮੁਸਲਮਾਨਾਂ ਦੇ ਮੇਲੇ ਲੱਗਦੇ ਹੁੰਦੇ ਸੀ, ਜਿੱਦਾਂ ਹੁਣ ਅੱਜ ਕੱਲ੍ਹ ਨਕੋਦਰ ਦਾ ਬਹੁਤ ਨਾਮ ਮਸ਼ਹੂਰ ਆ, ਤੇ ਉਹ ਪਹਿਲਾਂ ਲੋਕ ਦੇਗ ਇੱਦਾਂ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀ, ਉਹਨੂੰ ਰੋਟ ਕਹਿੰਦੇ ਹੁੰਦੇ ਸੀ। ਉਹ ਆਟਾ ਗੁੰਨ ਲੈਣਾ, ਉਹਦੇ ਵਿੱਚ ਆਟੇ ਦੇ ਵਿੱਚ ਗੁੜ ਪਾ ਲੈਣਾ, ਤੇ ਜ਼ਮੀਨ ਦੇ ਉੱਤੇ ਉਹਨੂੰ ਵਿਛਾ ਕੇ ਤੇ ਆਲੇ ਦੁਆਲੇ ਉਹਦੇ ਅੱਗ ਬਾਲ ਦੇਣੀ, ਤੇ ਉਹ ਇੱਕ ਪਾਸਿਓਂ ਸੜ ਜਾਂਦਾ ਹੁੰਦਾ ਸੀ, ਇੱਕ ਪਾਸਿਓਂ ਮਤਲਬ ਜਲਿਆ ਹੁੰਦਾ ਸੀ, ਇੱਕ ਪਾਸਿਓਂ ਚਿੱਟਾ। ਫਿਰ ਉਹਨੂੰ ਛੋਟੇ ਛੋਟੇ ਪੀਸਾਂ 'ਚ ਤੋੜ ਲੈਣਾ, ਤੋੜ ਕੇ ਤਾਂ ਫਿਰ ਉਹ ਪਹਿਲਾਂ ਉੱਥੇ ਜਿੱਦਾਂ ਭੋਗ ਲਵਾਉਂਦੇ ਆ, ਉਸ ਵੇਲੇ ਕਹਿੰਦੇ ਹੁੰਦੇ ਸੀ ਨਿਆਜ਼ ਲੈ ਕੇ ਚੱਲੇ ਜਿੱਦਾਂ, ਹੈ ਨਾ। ਤੇ ਉਸ ਵੇਲੇ ਉਹ ਲਿਜਾ ਕੇ ਉੱਥੇ ਫਿਰ ਭੋਗ ਲਾਉਣਾ ਉਹਦਾ, ਉਸ ਜਾਂ ਕਬਰ ਤੇ ਜਾਂ ਜਿੱਥੇ ਵੀ ਉਹ ਲੈ ਕੇ ਜਾ ਰਹੇ ਲੋਕ, ਤੇ ਉਹ ਤੋਂ ਬਾਅਦ ਇਹ ਉਹ ਫਿਰ ਸਾਰਿਆਂ ਨੂੰ ਵੰਡਣਾ, ਉਹਨੂੰ ਕਹਿੰਦੇ ਹੁੰਦੇ ਸੀ ਰੋਟ। ਰੋਟ ਵੱਟ ਤਾਂ ਪਤਾ ਹੀ ਹੋਣਾ ਜੀ ਸਭ ਨੂੰ, ਵੱਟ ਕੀ ਹੁੰਦੀ ਆ। ਹਾਂਜੀ ਬਿਲਕੁਲ, ਪੀਰ ਦੀ ਮਜ਼ਾਰ ਤੇ ਉਹੀ, ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਪੀਰ ਦੀ ਮਜ਼ਾਰ ਦੇ ਉੱਤੇ ਉਹ ਲੈ ਕੇ ਜਾਂਦੇ ਹੁੰਦੇ ਸੀ, ਤੇ ਉਹ ਫਿਰ ਉੱਥੇ ਉਹਦਾ ਭੋਗ ਲਵਾ ਕੇ ਤੇ। ਅੱਛਾ ਇਹ ਦੱਸੋ ਖਾਧਾ ਕਹਿਣ ਕਹਿਣਾ ਜੀ, ਇਹ ਜਿਹੜਾ ਰੂਟ ਆ ਇਹ ਕਿਨੇ ਕਿਨੇ ਖਾਧਾ ਜੀ ਤੁਹਾਡੇ ਚੋਂ? ਹਾਂਜੀ ਬਾਬਾ ਬਾਲਕ ਨਾਥ ਦਾ ਵੀ, ਬਿਲਕੁਲ ਬਿਲਕੁਲ, ਇਹ ਵੀ ਸਹੀ ਗੱਲ ਹੈ ਜੀ, ਉੱਥੇ ਵੀ ਇਹ ਲੈ ਕੇ ਜਾਂਦੇ ਬਾਬੇ ਬਾਲਕ ਨਾਥ ਦਾ ਰੂਟ। ਅੱਛਾ ਖਾਧਾ ਕਹਿਣ ਕਹਿਣਾ ਜੀ ਤੁਹਾਡੇ ਚੋਂ? ਇਹ ਮੇਰੇ ਹਿਸਾਬ ਨਾਲ ਤੁਸੀਂ ਇਹਨਾਂ ਨੇ ਖਾਧਾ, ਰਣਜੀਤ ਕੌਰ ਜੀ ਉਹਨਾਂ ਨੇ ਖਾਧਾ, ਮੇਰੇ ਖਿਆਲ ਭੱਟੀ ਜੀ ਨੇ ਵੀ ਖਾਧਾ ਹੋਣਾ, ਤੇ ਮੇਰੇ ਹਿਸਾਬ ਨਾਲ ਰੂਪੀ ਜੀ ਦਾ ਸ਼ਾਇਦ ਨਹੀਂ ਪਤਾ ਉਹਨਾਂ ਨੇ ਖਾਧਾ ਹੋਵੇ ਕਿ ਨਹੀਂ, ਹੋ ਸਕਦਾ ਖਾਧਾ ਹੋਵੇ। ਤੇ ਕਿਨੇ ਕਿਨੇ ਖਾਧਾ ਜੀ? ਤਾਂ ਤੁਸੀਂ ਖਾਧਾ ਜੀ, ਤਦੇ ਤੁਹਾਨੂੰ ਪਤਾ ਇੰਨਾ ਇਹਦੇ ਬਾਰੇ ਜਾਣਕਾਰੀ ਆ, ਤੁਸੀਂ ਖਾਧਾ ਹੋਣਾ ਜ਼ਰੂਰ। ਜਲੰਧਰੀਆਂ ਨੇ ਤਾਂ ਬਹੁਤ ਖਾਧੇ ਆ ਜੀ ਇਹ ਰੋਟ। ਹਾਂਜੀ ਰਣਜੀਤ ਕੌਰ ਜੀ ਤੁਸੀਂ ਵੀ ਖਾਧਾ, ਬਿਲਕੁਲ ਇਹ ਮੈਨੂੰ ਸ਼ੱਕ ਸੀ ਵੀ ਤੁਸੀਂ ਖਾਧਾ ਹੋਣਾ, ਕਿਉਂਕਿ ਆਪਾਂ ਉਸ ਵੇਲੇ ਤਾਂ ਖੱਤੇ ਨੂੰ। ਹਾਂ ਠੀਕ ਹੈ ਜੀ, ਹਾਂ ਬਿਲਕੁਲ ਜੀ, ਸਵਾਦ ਬਹੁਤ ਹੁੰਦਾ। ਅੱਛਾ ਇੱਕ ਮੈਂ ਪੁੱਛਿਆ ਸੀ, ਉਹ ਜਿਹੜਾ ਜਿਹਦੇ ਨਾਲ ਵੱਟਾਂ ਪਾਉਂਦੇ ਆ ਆਪਾਂ ਹੱਥਾਂ ਨਾਲ, ਪਹਿਲਾਂ ਵੱਟਾਂ ਪਾਉਂਦੇ ਹੁੰਦੇ, ਹੁਣ ਤਾਂ ਟਰੈਕਟਰ ਦੇ ਪਿੱਛੇ ਉਹ ਲੱਗ ਜਾਂਦੀ ਆ, ਉਹ ਚੀਜ਼ ਕੀ ਹੁੰਦੀ ਸੀ? ਉਹਨੂੰ ਇੱਕ ਜਣਾ ਇੱਕ ਡੰਡੇ ਜਿਹੇ ਨੂੰ ਧੱਕਦਾ ਹੁੰਦਾ ਸੀ, ਦੋ ਬੰਦੇ, ਇੱਕ ਬੰਦਾ ਮੂਹਰੇ ਐ ਰੱਸੀਆਂ ਪਾਈਆਂ ਹੁੰਦੀਆਂ, ਉਹ ਖਿੱਚਦਾ ਸੀਗਾ ਜੀ, ਉਹਨੂੰ ਕੀ ਕਹਿੰਦੇ ਹੁੰਦੇ ਸੀ? ਉਹਦਾ ਨਾਂ ਪਤਾ ਤੁਹਾਨੂੰ ਕੁਛ? ਕੀ ਨਾਂ ਉਹਦਾ ਸੀਗਾ ਜੀ? ਆਮ ਜ਼ਿਆਦਾਤਰ ਪਹਿਲਾਂ ਉਹਨਾਂ ਦੇ ਨਾਲੇ ਖੱਤਿਆਂ ਦੇ ਵਿੱਚ ਵੱਟਾਂ ਪਾਈਆਂ ਜਾਂਦੀਆਂ ਸੀਗੀਆਂ। ਮਨੀ ਕਹਿੰਦੇ ਤੁਹਾਡੇ? ਅੱਛਾ, ਮਨੀ ਤੁਹਾਡਾ ਇਲਾਕਾ ਹੈਗਾ ਇੱਧਰ, ਅੱਛਾ। ਪੰਜਾਲੀ ਨਹੀਂ ਜੀ, ਪੰਜਾਲੀ ਤਾਂ ਹੁੰਦੀ ਜੀ ਜਦੋਂ ਆਪਾਂ ਹਲ ਵਾਹੁੰਦੇ ਨਾ, ਉਹ ਜਿਹੜੀ ਬੋਲਦਾਂ ਦੇ ਗਲ 'ਚ ਪਾਉਂਦੇ ਉਹਨੂੰ ਪੰਜਾਲੀ ਕਹਿੰਦੇ। ਵੱਟਾਂ ਦੀ ਮੈਂ ਗੱਲ ਕਰਦਾ ਜੀ, ਪੰਜਾਲੀ ਹਲ ਨਾਲ ਲੱਗਦੀ ਹੈ ਜੀ, ਜਦੋਂ ਹਲ ਵਾਹੁੰਦੇ ਆ
ਤੇ ਦੋ ਬਲਦ ਜੋੜਨੇ ਹੁੰਦੇ ਤਾਂ ਪੰਜਾਲੀ ਦੇ ਨਾਲ ਹਲ ਨੂੰ ਬੰਨਿਆ ਜਾਂਦਾ ਤੇ ਉਹ ਪਸ਼ੂ ਦੋਵੇਂ ਪਾਸੇ ਜਿਹੜੇ ਜਾਂ ਝੋਟੇ ਜਾਂ ਦੋ ਹੀ ਬਲਦ ਜੋੜ ਕੇ ਤਾਂ ਉਹ ਜਿਹੜੇ ਜਿਹਨਾਂ ਜੋੜੇ ਜਾਂਦੇ ਉਹਨੂੰ ਪੰਜਾਲੀ ਕਹਿੰਦੇ ਆ ਆਪਾਂ। ਤੇ ਇਹ ਜਿਹੜਾ ਇਹ ਹੁੰਦਾ ਜੀ ਜਿਹੜਾ ਵੱਟਾ ਪਾਉਣ ਵਾਲਾ ਉਹਦੀ ਮੈਂ ਗੱਲ ਕਰਦਾ। ਵੱਟਾਂ ਪਾਈ ਦੀਆਂ ਉਹਦੇ ਨਾਲ। ਰੂਪੀ ਜੀ ਹੁਣਾਂ ਨੇ ਦੱਸਿਆ ਆਪਣੇ ਇਲਾਕੇ ਦਾ ਨਾਂ ਤੁਹਾਡੇ ਮਨੀ ਕਹਿੰਦੇ ਆ। ਅੱਛਾ, ਸਾਡੇ ਕਹਿੰਦੇ ਉਹਨੂੰ ਜਿੰਦਾ ਜੀ, ਜਿੰਦਾ। ਜਿੰਦਾ ਕਹਿੰਦੇ, ਜਿੰਦਾ ਵੱਟਾਂ ਪਾਉਣ ਵਾਲਾ ਜਿੰਦਾ। ਜਿੰਦਾ ਉਹਨੂੰ ਕਿਹਾ ਜਾਂਦਾ। ਤੇ ਪਹਿਲੇ ਟਾਈਮਾਂ ਦੇ ਵਿੱਚ ਉਹਦੇ ਨਾਲ ਹੀ ਵੱਟਾਂ ਪਾਈਆਂ ਜਾਂਦੀਆਂ ਸੀ ਜ਼ਿਆਦਾਤਰ, ਚਾਹੇ ਆਲੂ ਬੀਜੇ ਹੋਣ ਤੇ ਚਾਹੇ ਕਣਕ ਬੀਜੀ ਹੋਵੇ, ਵੱਟਾਂ ਪਾਈਆਂ ਜਾਂਦੀਆਂ ਸੀ ਜਿੰਦੇ ਦੇ ਨਾਲ। ਦੋ ਜਣੇ ਪਾਉਂਦੇ ਹੁੰਦੇ ਸੀ ਉਸ ਵੇਲੇ। ਇਹ ਜਿਹੜਾ ਜੀ ਉਹ ਜਿੰਦਾ ਸੀ ਨਾ ਜਿਹੜਾ, ਉਹਦੇ ਵਿੱਚ ਇੱਕ ਗੱਲ ਦੇਖਣ ਵਾਲੀ ਸੀ, ਮਜ਼ਦੂਰ ਤੇ ਕਿਸਾਨ ਦਾ ਉਸ ਵੇਲੇ ਰਿਸ਼ਤਾ ਦੇਖਣ ਵਾਲਾ ਹੁੰਦਾ ਸੀ ਵੀ ਦੋਈ ਕਿੱਦਾਂ ਮੁੜਕੀ ਹੋ ਕੇ ਤੇ ਉਹ ਵੱਟਾਂ ਧੁੱਪ ਦੇ ਵਿੱਚ ਪਾਉਂਦੇ ਹੁੰਦੇ ਸੀ। ਤੇ ਹੁਣ ਤਾਂ ਟਰੈਕਟਰ ਆ ਗਏ, ਹੁਣ ਉਹ ਸਾਰਾ ਕੁਝ ਇੱਕ ਬੰਦਾ ਆਪੇ ਕਰ ਲੈਂਦਾ, ਵਿੱਚੇ ਹਲ ਬਾਹ ਦਿੰਦਾ, ਵਿੱਚੇ ਬੀਜ ਲੈਂਦਾ, ਵਿੱਚੇ ਸਪਰੇਅ ਕਰ ਦਿੰਦਾ, ਵਿੱਚੇ ਹੀ ਖਾਦ ਖਿਲਾਰ ਦਿੰਦਾ, ਵਿੱਚੇ ਵੱਟਾ ਪਾ ਦਿੰਦਾ, ਇੱਕੋ ਹੀ ਬੰਦਾ ਸਾਰਾ ਕੁਝ ਕਰ ਲੈਂਦਾ। ਪਹਿਲਾਂ ਇਹ ਨਹੀਂ ਸੀ ਕੰਮ ਹੁੰਦਾ। ਉਸ ਵੇਲੇ ਮਜ਼ਦੂਰ ਕਿਸਾਨ ਦਾ ਪਤਾ ਲੱਗਦਾ ਸੀ ਵੀ ਦੋ ਜਣੇ ਕਿੰਨੇ ਮਿਹਨਤੀ ਆ। ਹੁਣ ਤਾਂ ਨਵੀਂ ਤਕਨੀਕ ਜਿਹੜੀ ਆ ਗਈ ਉਹਨੇ ਮਤਲਬ ਇਹ ਚੀਜ਼ਾਂ ਜਿਹੜੀਆਂ ਉਹ ਥੋੜ੍ਹੀ ਜਿਹੀਆਂ ਪਰੇ ਕਰ ਦਿੱਤੀਆਂ। ਤੇ ਉਸ ਵੇਲੇ ਪਤਾ ਲੱਗਦਾ ਸੀ ਕਿਉਂਕਿ ਉਹ ਜ਼ਿਆਦਾਤਰ ਜਿਹੜੇ ਮਜ਼ਦੂਰ ਕਿਸਾਨ ਰਲ ਕੇ ਹੀ ਇਹ ਕੰਮ ਕਰਦੇ ਸੀਗੇ। ਤੇ ਉਦੋਂ ਇਹ ਵੱਟਾ ਪਾਉਣ ਦਾ ਜਿਹੜਾ ਕੰਮ ਹੈ ਜਿੰਦੇ ਦੇ ਨਾਲ ਪਾਈਆਂ ਜਾਂਦੀਆਂ ਸੀਗੀਆਂ। ਤੇ ਹੁਣ ਵੀ ਮੇਰਾ ਖਿਆਲ ਬਹੁਤ ਲੋਕਾਂ ਦੇ ਘਰਾਂ ਦੇ ਵਿੱਚ ਉਹ ਚੀਜ਼ ਹੋਊਗੀ ਜਿਹਨੂੰ ਜਿੰਦਾ ਕਹਿੰਦੇ ਅਸੀਂ। ਤੇ ਲੋਕ ਹਜੇ ਵੀ ਕੁਛ ਲੋਕ ਏਰੀਏ ਦੇ ਵਿੱਚ ਹੈਗੇ ਆ ਜਿਹੜੇ ਪਾਉਂਦੇ ਆ। ਆਪਣੇ ਪੰਜਾਬ 'ਚ ਤਾਂ ਮੈਂ ਹੁਣ ਸ਼ਾਇਦ ਨਹੀਂ ਦੇਖੇ ਇੰਨੇ। ਰਾਜਸਥਾਨ 'ਚ ਹਜੇ ਕੁਛ ਏਰੀਏ ਹੈਗੇ ਆ ਜਿੱਥੇ ਪਾਉਂਦੇ ਆ ਕਿਉਂਕਿ ਉੱਥੇ ਰੇਤਲੀ ਜਗ੍ਹਾ ਆ ਤੇ ਉਹ ਜ਼ਿਆਦਾਤਰ ਇਹ ਜਿੰਦੇ ਦੇ ਨਾਲ ਹੀ ਪਾਉਂਦੇ ਆ। ਇੱਦਾਂ ਹੀ ਆ ਜੀ, ਬਿਲਕੁਲ ਰੂਪੀ ਜੀ, ਇੱਦਾਂ ਹੀ ਆ ਨਾ। ਤੇ ਹੋਰ ਆਪਾਂ ਕੀ ਗੱਲ ਕਰੀਏ ਅੱਜ? ਦੱਸੋ, ਤੁਸੀਂ ਮੈਨੂੰ ਕੋਈ ਪੁੱਛੋ, ਤੁਸੀਂ ਜਿਹੜਾ ਆਪਣਾ ਨਾਂ ਜਾਣਦੇ ਆ। ਰਾਤੀ ਮੈਨੂੰ ਕਿਸੇ ਨੇ ਹੋਰ ਵੀ ਇੱਕ ਸਵਾਲ ਕੀਤਾ ਸੀ ਕਿ ਉਹ ਕੀ ਚੀਜ਼ ਹੁੰਦੀ ਹੈ, ਪਰ ਮੈਂ ਵੀ ਭੁੱਲ ਗਿਆ ਸੀ, ਮੈਨੂੰ ਵੀ ਨਹੀਂ ਸੀ ਪਤਾ। ਉਹ ਬਾਅਦ ਵਿੱਚ ਉਹਨੇ ਦੱਸਿਆ ਵੀ ਫਲਾਨੀ ਚੀਜ਼ ਹੁੰਦੀ ਹੈ। ਇੱਕ ਨਾ ਜਦੋਂ ਆਪਾਂ ਚਰੀ ਵੱਢ ਲੈਂਦੇ ਆ ਤੇ ਸਾਡੇ ਦੁਆਬੇ ਦੇ ਵਿੱਚ ਕਹਿੰਦੇ ਜਦੋਂ ਚਰੀ ਵੱਢ ਹੁੰਦੀ ਉੱਚੋ ਉੱਚੀ ਵੱਢ ਹੁੰਦੀ ਕਿਉਂਕਿ ਉਹਦੇ ਸਾਈਡਾਂ ਤੋਂ ਜੜ੍ਹਾਂ ਜਿਹੀਆਂ ਨਿਕਲ ਆਉਂਦੀਆਂ ਆ। ਸੁਹਾਗਾ ਵੀ ਪਤਾ ਜੀ। ਸੁਹਾਗੇ ਦੀ ਤਾਂ ਜੀ ਇੱਕ ਰਣਜੀਤ ਕੌਰ ਦੀ ਬੜੀ ਸਪੈਸ਼ਲ ਕਹਾਵਤ ਵੀ ਆ। ਕਹਿੰਦੇ ਜੱਟ ਤਾਂ ਸੁਹਾਗੇ ਤੇ ਚੜਿਆ ਨਹੀਂ ਮਾਣ, ਹੁਣ ਤਾਂ ਟਰੈਕਟਰ ਤੇ ਚੜਿਆ। ਇਹ ਸੁਹਾਗਾ ਉਹੀ ਆ ਜੀ। ਤੇ ਇੱਕ ਨਾ ਮੈਨੂੰ ਰਾਤੀ ਸਵਾਲ ਕਿਸੇ ਨੇ ਕੀਤਾ, ਆਪਾਂ ਤੁਸੀਂ ਮੈਨੂੰ ਦੱਸਿਓ ਵੀ ਤੁਹਾਡੇ ਵੱਖਰੀ ਏਰੀਏ ਦੇ ਵਿੱਚ ਕਿਹੜੀ ਇਹਨੂੰ ਕੀ ਕਹਿੰਦੇ ਆ। ਇੱਕ ਨਾ ਜਦੋਂ ਆਪਾਂ ਚਰੀ ਵੱਢ ਲੈਂਦੇ ਆ ਤੇ ਉਸ ਵੇਲੇ ਜਾਂ ਫਿਰ ਆਪਾਂ ਵੱਢ ਲੈਂਦੇ ਆ ਕਬਾਦੀ ਵੱਢ ਲੈਂਦੇ ਆ ਤੇ ਉਹ ਖੂੰਘੇ ਰਹਿ ਜਾਂਦੇ। ਖੂੰਘੇ ਉਹ ਇੰਨੇ ਤੇਜ਼ ਤਿੱਖੇ ਹੁੰਦੇ ਆ, ਜੇ ਕਿਤੇ ਪੈਰ ਉੱਤੇ ਰੱਖ ਜਾਵੇ ਤਾਂ ਪੈਰ ਪਾੜ ਦਿੰਦੇ ਆ। ਤੇ ਉਹ ਖੂੰਘਿਆਂ ਨੂੰ ਸਾਡੇ ਦੁਆਬੇ ਦੇ ਵਿੱਚ ਖੂੰਘੇ ਕਹਿੰਦੇ, ਉਹਨਾਂ ਨੂੰ ਖੂੰਘੇ। ਤੇ ਤੁਹਾਨੂੰ ਪਤਾ ਵੀ ਇੱਧਰ ਮਾਝੇ 'ਚ ਤਾਂ ਮਾਲਵੇ 'ਚ ਉਹਨਾਂ ਨੂੰ ਕੀ ਕਿਹਾ ਜਾਂਦਾ? ਖੂੰਘਿਆਂ ਨੂੰ। ਦੱਸੋ, ਆਪਣੇ ਨਾਲ ਹੈਗੇ ਇੱਧਰੋਂ? ਰੂਪੀ ਜੀ, ਤੁਹਾਡੇ ਕੀ ਕਹਿੰਦੇ ਆ ਖੂੰਘਿਆਂ ਨੂੰ? ਖੂੰਘੇ। ਖੂੰਘੇ
ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਈ ਹੈ ਜੀ, ਉਹ ਵੀ ਪੁੱਛਦਾ, ਪਹਿਲਾਂ ਖੁੰਘੇ ਦੱਸੋ। ਖੁੰਘੇ ਕੀ ਹੁੰਦੇ ਆ? ਪਤਾ ਜੀ ਖੁੰਘਿਆਂ ਨੂੰ ਕੀ ਕਹਿੰਦੇ ਆ? ਹਾਂ ਠੀਕ ਹੈ, ਫਲੰਗ ਕੀ ਕਹਿੰਦੇ ਤੁਹਾਡੇ ਜੀ? ਫਲਨੰਗਾ, ਹਾਂ ਅੱਛਾ ਜੀ, ਫਲਨੰਗਾ ਖੁੰਘਿਆਂ ਨੂੰ, ਠੀਕ ਆ। ਸਹੀ ਹੈ। ਇੱਕ ਹੋਰ ਸ਼ਬਦ ਹੁੰਦਾ ਜੀ ਆਪਣੇ, ਹੁਣ ਪਤਾ ਨਹੀਂ ਤੁਹਾਨੂੰ ਇਹ ਯਾਦ ਹੋਵੇ ਜਾਂ ਨਾ ਯਾਦ ਹੋਵੇ। ਹਾਂਜੀ ਮੱਕੀ ਦੇ ਵੀ ਹੁੰਦੇ ਆ ਜੀ, ਬਿਲਕੁਲ। ਆ ਮੁੰਡ ਵੀ ਕਹਿੰਦੇ ਉਹਨਾਂ ਨੂੰ, ਮੁੰਡ ਵੀ ਕਹਿੰਦੇ ਆ, ਹਾਂ ਮੁੰਡ ਕਹਿੰਦੇ ਆ, ਮੁੰਡ ਵੀ ਕਹਿੰਦੇ, ਖੁੰਗੇ ਵੀ ਕਹਿੰਦੇ। ਇੱਕ ਉਹ ਫਲ ਲਗਾ ਕੇ ਰੂਪੀ ਜੀ ਨੇ ਦੱਸਿਆ। ਤੇ ਇੱਕ ਦੱਸੋ ਜੀ, ਟੱਲੇ ਕਿਹਨੂੰ ਕਹਿੰਦੇ ਹੁੰਦੇ ਸੀ ਆਪਾਂ? ਟੱਲੇ, ਟੱਲੇ, ਇਹ ਵੀ ਇੱਕ ਬਹੁਤ ਪੁਰਾਣਾ ਸ਼ਬਦ ਹੈ ਜੀ, ਟੱਲੇ। ਕਿਹਨੂੰ ਕਿਹਨੂੰ ਪਤਾ ਟੱਲੇ? ਹਾਂ ਜੁੰਡੇ ਵੀ ਕਹਿੰਦੇ ਆ, ਬਿਲਕੁਲ ਇਹ ਵੀ ਸਹੀ ਹੈ ਜੀ, ਜੁੰਡੇ ਵੀ ਕਹਿੰਦੇ ਆ। ਖੁੰਗੇ, ਜੁੰਡੇ, ਫਿਰ ਆਪਣਾ ਇੱਕ ਹੋਰ ਨਿੱਕੀ ਨੇ ਕੀ ਦੱਸਿਆ? ਮੁੰਡ, ਬਿਲਕੁਲ। ਹਾਂਜੀ ਹਾਂਜੀ ਹੈ, ਮੁੰਡ ਵੀ ਕਹਿੰਦੇ ਆ, ਬਿਲਕੁਲ ਸਹੀ ਗੱਲ ਹੈ। ਦੇਖੋ ਕਿੰਨੀਆਂ ਚੀਜ਼ਾਂ ਨਿਕਲ ਰਹੀਆਂ ਜੀ। ਕਦੀ ਆਪਾਂ ਯਾਦ ਕੀਤੀਆਂ ਇਹ ਚੀਜ਼ਾਂ? ਕਦੀ ਬੈਠ ਕੇ ਸੋਚਿਆ? ਕਦੀ ਨਹੀਂ ਆਪਾਂ ਇਹ ਗੱਲਾਂ ਸੋਚੀਆਂ ਪਿਆ। ਆਹ ਚੀਜ਼ਾਂ ਤੁਹਾਨੂੰ ਕਦੇ ਯਾਦ ਆਈਆਂ ਜੀ ਇਹ ਚੀਜ਼ਾਂ? ਨਹੀਂ ਜੀ ਉਹ ਟੱਲੀਆਂ, ਇਹ ਨਹੀਂ ਟੱਲੇ, ਮੈਂ ਹੋਰ ਚੀਜ਼ ਕਹਿਣਾ ਜੀ, ਟੱਲੇ। ਉਹ ਜਿਹੜੇ ਤੁਸੀਂ ਕਹਿੰਦੇ ਉਹ ਟੱਲ ਹੁੰਦੇ ਜੀ, ਜਾਂ ਟੱਲੀਆਂ ਜਾਂ ਟੱਲ, ਇਹ ਟੱਲੇ ਕਹਿਣਾ ਮੈਂ, ਟੱਲੇ। ਉਹ ਹੁੰਦੇ ਜੀ ਟੱਲ, ਰਣਜੀਤ ਕੌਰ ਜੀ, ਜਾਂ ਟੱਲੀਆਂ। ਹਾਂਜੀ ਹਾਂਜੀ ਬਲਵਿੰਦਰ ਕੌਰ ਜੀ, ਧੰਨਵਾਦ ਤੁਹਾਡਾ ਜੀ ਬਲਵਿੰਦਰ ਕੌਰ ਜੀ, ਅੱਜ ਤੁਸੀਂ ਹਾਜ਼ਰ ਹੋਏ। ਟੱਲੇ ਪਤਾ ਕੀ ਹੁੰਦਾ ਜੀ? ਟੱਲੇ ਬਹੁਤ ਪੁਰਾਣਾ ਇੱਕ ਸ਼ਬਦ ਹੈ ਜੀ। ਇਹ ਸਹੀ ਪੁੱਛੋ, ਮੇਰੇ ਖਿਆਲ ਖੁੱਸ ਗਿਆ ਹੁਣ, ਇਹ ਸਾਡੇ ਹੱਥੋਂ ਨਿਕਲ ਗਿਆ। ਠੀਕ ਹੈ ਨਿੱਕੀ। ਹਾਂਜੀ ਟੱਲੇ ਹੁੰਦੇ ਸੀ ਕੱਪੜੇ, ਪਹਿਲਾਂ ਕੱਪੜੇ ਕਹਿੰਦੇ ਹੁੰਦੇ ਸੀ, ਜਦੋਂ ਵਿਆਹ ਬੂਹਾਂ 'ਚ ਟੱਲੇ ਕੱਪੜੇ ਨੇ ਵੀ ਕਹਿੰਦੇ। ਹਾਂਜੀ ਹਾਂਜੀ ਹਾਂਜੀ, ਆਹ ਵਧੀਆ ਗੱਲ ਹੈ, ਦੇਖੋ ਤੁਹਾਨੂੰ ਪਤਾ ਆ। ਅੱਛਾ ਤੁਸੀਂ ਇੱਕ ਗੱਲ ਮੈਨੂੰ ਅੱਜ ਦੱਸੋ ਜੀ, ਤੁਸੀਂ ਦੋ ਨੇ, ਰਣਜੀਤ ਕੌਰ ਉਹਨਾਂ ਨੇ ਤੇ ਮੰਜੂ ਜੀ ਨੇ ਜਵਾਬ ਦਿੱਤਾ ਟੱਲੇ। ਤੁਸੀਂ ਅੱਜ ਮੈਨੂੰ ਇੱਕ ਦੱਸੋ ਜੀ, ਵੀ ਤੁਸੀਂ ਕਿੰਨੇ ਸਾਲਾਂ ਬਾਅਦ ਇਹ ਸ਼ਬਦ ਨੂੰ ਅੱਜ ਯਾਦ ਕੀਤਾ? ਇਹ ਨਾਂ ਨੂੰ ਤੁਸੀਂ ਕਿੰਨੇ ਸਾਲਾਂ ਬਾਅਦ ਯਾਦ ਕੀਤਾ ਅੱਜ? ਕਿੰਨੇ ਸਾਲ ਪਹਿਲਾਂ ਤੁਸੀਂ ਟੱਲੇ ਕਿਹਾ ਸੀ? ਕੋਈ ਹੈ ਯਾਦ? ਕਿੰਨੇ ਸਾਲ ਪਹਿਲਾਂ ਤੁਸੀਂ ਟੱਲੇ ਕਿਹਾ ਸੀ? 20 ਸਾਲ, 15 ਸਾਲ, 25 ਸਾਲ? ਮੈਂ ਤਾਂ ਮੇਰੇ ਖਿਆਲ 20 25 ਸਾਲ। ਨਹੀਂ ਕੋਈ ਗੱਲ ਨਹੀਂ ਬਲਵਿੰਦਰ, ਉਹਦਾ ਕੋਈ ਨਹੀਂ ਚੱਕਰ ਨਹੀਂ ਜੀ ਬਲਵਿੰਦਰ ਜੀ, ਇਹ ਤਾਂ ਨੋਰਮਲ ਆ, ਕੰਮ ਵੀ ਦੇਖਣਾ ਹੁੰਦਾ, ਸਾਰਾ ਕੁਝ ਦੇਖਣਾ ਜੀ। ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਬਾਅਦ ਚ ਸੁਣ ਲਿਆ ਕਰੋ, ਬਸ ਇਹੀ ਬਹੁਤ ਹੈ ਆਪਣੇ ਲਈ। 25 ਸਾਲ ਬਾਅਦ ਰਣਜੀਤ ਕੌਰ ਜੀ ਕਹਿੰਦੇ, 25 ਸਾਲ ਬਾਅਦ, ਤੇ 30 35 ਸਾਲ ਬਾਅਦ। ਕਿਆ ਬਾਤ ਹੈ ਜੀ, 30 35 ਸਾਲ ਬਾਅਦ, ਬਹੁਤ ਟਾਈਮ ਹੋ ਗਿਆ ਜੀ। ਦੇਖ ਲਓ ਕਿੱਦਾਂ ਦੀਆਂ ਚੀਜ਼ਾਂ ਅਸੀਂ ਭੁੱਲ ਕੇ ਬੈਠੇ ਹਾਂ। 30 ਸਾਲ ਬਾਅਦ, ਤੇ ਹੁਣ ਅੱਜ ਤੁਸੀਂ ਨਾ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਇਹ ਗੱਲ। ਤੁਸੀਂ ਨਹੀਂ ਕਦੇ ਸੁਣਿਆ ਜੀ? ਸਾਡੀ ਚਾਚੀ ਕਹਿੰਦੀ ਹੁੰਦੀ ਸੀ। ਅੱਛਾ ਜੀ, ਹਾਂ ਹਾਂ ਇਹ ਹੋ ਸਕਦਾ ਜੀ, ਬਜ਼ੁਰਗ ਬਹੁਤ ਜ਼ਿਆਦਾ ਕਹਿੰਦੇ ਆ ਜੀ। ਮੈਨੂੰ ਨਹੀਂ ਸੀ ਪਤਾ। ਅੱਛਾ ਰੂਪੀ ਤੁਹਾਨੂੰ ਵੀ ਨਹੀਂ ਪਤਾ?
ਹਾਂ ਠੀਕ ਆ ਜੀ, ਠੀਕ ਆ। ਨਹੀਂ ਮੈਨੂੰ ਦੇਖ ਲਓ ਪਤਾ ਜੀ, ਇਹ ਨਾ ਕੱਪੜਿਆਂ ਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਟੱਲੇ ਨਵੇਂ ਸਮਾਉਣੇ ਆ, ਜਾਂ ਟੱਲੇ ਪਾ ਕੇ ਮੈਂ ਉੱਥੇ ਜਾਣਾ, ਤੇ ਆ ਇਦਾਂ ਟੱਲੇ ਬਹੁਤ ਸ਼ਬਦ ਪੁਰਾਣਾ, ਇਹ ਤੁਸੀਂ ਸ਼ਾਇਦ ਨਹੀਂ ਸੁਣਿਆ। ਇਹ ਉਹਨਾਂ ਨੂੰ ਪਤਾ ਜੀ ਜਿਹੜੇ ਤੁਹਾਡੇ ਤੋਂ ਵੱਡੇ ਆ। ਮੈਨੂੰ ਪਤਾ ਹੈ, ਦੇਖ ਲਓ ਟੱਲਿਆਂ ਦਾ ਬਹੁਤ ਮਸ਼ਹੂਰ ਸ਼ਬਦ ਆ ਇਹ। ਤੇ ਜਿੱਦਾਂ ਹਲਦੀ ਨੂੰ ਬਸਾਰ ਕਹਿੰਦੇ ਆ ਜੀ, ਫਿਰ ਨੀਲ ਨੂੰ ਵੀ ਬਸਾਰ ਕਹਿੰਦੇ ਆ। ਇਹ ਸੁਣਿਆ ਜੀ ਤੁਸੀਂ, ਨੀਲ ਨੂੰ ਬਸਾਰ ਕਹਿਣਾ, ਹਲਦੀ ਨੂੰ ਬਸਾਰ ਕਹਿਣਾ। ਹਾਂ ਲੀੜੇ ਵੀ ਕਿਹਾ ਜਾਂਦਾ ਜੀ, ਬਿਲਕੁਲ ਲੀੜੇ। ਲੀੜੇ ਮੇਰੇ ਖਿਆਲ ਸ਼ਾਇਦ ਕੁਲਵਿੰਦਰ ਜੀ ਉਹਨਾਂ ਨੂੰ ਤੇ ਰੂਪੀ ਜੀ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਲੀੜਿਆਂ ਦਾ ਤਾਂ। ਹਾਂ ਬਿਲਕੁਲ ਇਹ ਗੱਲ ਸਹੀ ਹੈ ਜੀ ਮੰਜੂ ਜੀ, ਇਹ ਜ਼ਰੂਰੀ ਕਰਨਾ ਚਾਹੀਦਾ। ਤੇ ਉਹ ਇਹ ਆਪਾਂ ਜੇ ਬੱਚਿਆਂ ਨੂੰ ਦੱਸਾਂਗੇ ਨਾ, ਚਲੋ ਕੰਮ ਤਾਂ ਉਹਨਾਂ ਦੇ ਕੀ ਆਉਣੇ ਆ, ਪਰ ਇਹ ਚੀਜ਼ਾਂ ਜਿਹੜੀਆਂ ਨਾ ਇਹ ਕਿਸੇ ਵੇਲੇ ਜਦੋਂ ਅਸੀਂ ਜਾਂਦੇ ਹਾਂ ਤਾਂ ਇਹ ਚੀਜ਼ਾਂ ਕਿਸੇ ਵੇਲੇ ਵੀ ਸਾਡੇ ਦਿਮਾਗ 'ਤੇ ਹੁੰਦੀਆਂ ਚਾਹੀਦੀਆਂ, ਤਾਂ ਕਿ ਸਾਨੂੰ ਪਤਾ ਲੱਗੇ। ਲੀੜੇ ਬਹੁਤ ਬਹੁਤ ਦੇਰ ਲੀੜੇ ਵੀ ਲੋਕ ਕਹਿੰਦੇ ਰਹੇ ਆ। ਤੇ ਹੁਣ ਜਿਹੜੇ ਬੱਚੇ ਅੱਜ ਕੱਲ੍ਹ ਇੱਥੇ ਕਲੀਰੇ ਕਹਿੰਦੇ ਆ ਹੈ ਨਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਟੱਲੇ ਕੀ ਹੁੰਦੇ ਸੀ, ਤੇ ਜਾਂ ਇਹ ਕੀ ਹੁੰਦਾ ਸੀਗਾ, ਲੀੜੇ ਕੀ ਹੁੰਦੇ ਸੀ। ਇਹ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਪਤਾ ਹੋਣਾ ਚਾਹੀਦਾ ਜ਼ਰੂਰ ਮੇਰੇ ਹਿਸਾਬ ਨਾਲ, ਬਾਕੀ ਕੁਝ ਜ਼ਿਆਦਾ ਜ਼ਰੂਰੀ ਵੀ ਨਹੀਂ ਨਾ। ਪੱਟੀ ਜੀ ਸਤਿ ਸ੍ਰੀ ਅਕਾਲ। ਤੇ ਚੀਜ਼ਾਂ ਦਾ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ, ਤਾਂ ਕਿ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਜਾਣਕਾਰੀ ਹੋਵੇ, ਹੈ ਨਾ। ਤੇ ਉਹਨਾਂ ਦੇ ਕੰਮ ਤਾਂ ਕੁਛ ਨਹੀਂ ਆਉਣੀਆਂ ਇਹ, ਪਰ ਆਪਣਾ ਕਲਚਰ ਹੈ ਇੱਕ, ਜਿੱਦਾਂ ਦੀਆਂ ਚੀਜ਼ਾਂ ਫਿਰ ਉਹ ਤੁਹਾਨੂੰ ਇਹਦੇ ਬਾਰੇ ਪੁੱਛਣਗੇ, ਠੀਕ ਹੈ ਨਾ। ਰੂਪੀ ਜੀ ਤੁਹਾਨੂੰ ਪਹਿਲਾਂ ਪਤਾ ਸੀ ਵੀ ਲੀੜੇ ਕਹਿੰਦੇ ਆ? ਹਾਂਜੀ ਲੀੜੇ ਉਹੀ ਕੁਲਵਿੰਦਰ ਜੀ, ਲੀੜੇ ਵੀ ਕਹਿੰਦੇ ਆ ਹਾਂਜੀ। ਤੇ ਟੱਲੇ ਵੀ ਕਹਿੰਦੇ ਆ ਜੀ, ਬਹੁਤ ਹੈ। ਉਹ ਨਹੀਂ ਨਹੀਂ, ਪਤਾ ਕੀ ਗੱਲ ਹੈ ਜੀ, ਤੁਹਾਨੂੰ ਮੈਂ ਗੱਲ ਦੱਸਾਂ ਰਣਜੀਤ ਕੌਰ ਜੀ, ਇਹ ਗੱਲ ਨਹੀਂ ਕਦੀ ਵੀ ਸੋਚੀ ਦੀ ਹੁੰਦੀ ਨਾ। ਸਾਡੇ ਇੱਕ ਕੁਲਵਿੰਦਰ ਜੀ ਨੂੰ ਸ਼ਾਇਦ ਪਤਾ ਆ, ਇਹ ਆਪਣੇ ਗਿਆਨੀ ਗੁਰਮੁਖ ਸੰਤੋਖ ਸਿੰਘ ਆਉਂਦੇ ਆਸਟ੍ਰੇਲੀਆ ਤੋਂ, ਬਰਸਲ ਗੁਰੂ ਘਰ ਕੀ ਕਥਾ ਵੀ ਕਰਦੇ ਹੁੰਦੇ ਸੀ। ਉਹ ਬਹੁਤ ਸਾਲ ਪਹਿਲਾਂ ਆਏ ਸੀ, ਹੁਣ ਤਾਂ ਚਲੋ ਬੰਦ ਹੋਏ ਨੂੰ ਵੀ 5-6 ਸਾਲ ਹੋ ਗਏ। ਤੇ ਅੱਜ ਮੇਰਾ ਖਿਆਲ ਹੈ ਬਰਸਲ ਗੁਰਦੁਆਰੇ ਦੀ ਮੈਂ ਨਿਊਜ਼ ਵੀ ਭੇਜੀ, ਉਹ ਅੱਜ ਸ਼ਾਇਦ ਉਹ ਸ਼ਾਮ ਦੀਆਂ 7:30 ਦੀਆਂ ਖਬਰਾਂ ਦੇ ਵਿੱਚ PTC 'ਚ ਆ ਰਹੀ ਆ। ਉੱਥੇ ਜਿੰਨੇ ਸੇਵਾ ਕਰਦੇ ਉਹਨਾਂ ਦੀ ਵੀਡੀਓ ਬਣਾ ਕੇ ਨਾਲ ਮੈਂ ਭੇਜੀ ਆ, ਤੇ ਮੈਂ ਇਹਦੇ ਅੱਜ 7:30 ਦੀਆਂ ਖਬਰਾਂ 'ਚ, ਅਜੇ ਮੈਨੂੰ ਵੈਸੇ ਡਿਟੇਲ ਆਈ ਨਹੀਂ, ਪਰ ਮੇਰਾ ਖਿਆਲ ਹੈ ਕਿ ਅੱਜ ਉਹ ਖਬਰ ਲੱਗਣੀ ਆ। ਤਾਂ ਉਹ ਮੈਂ ਦੱਸਣ ਲੱਗਾ ਸੀ ਵੀ ਆਪਾਂ ਜਿਹੜੇ ਅਸੀਂ ਜਦੋਂ ਇਹ ਚੀਜ਼ਾਂ, ਉਹ ਮੈਂ ਉਹਨਾਂ ਦੀ ਗੱਲ ਇੱਕ ਵਾਰੀ ਮੇਰੇ ਨਾਲ ਹੁੰਦੀ ਸੀ, ਉਹਨਾਂ ਨੇ ਫੋਨ ਲਾਇਆ ਮੈਨੂੰ, ਤਾਂ ਉਹ ਮੈਨੂੰ ਕਹਿੰਦੇ ਵੀ ਅਸੀਂ ਇੱਕ ਸਰਲ ਭਾਸ਼ਾ ਨੂੰ ਛੱਡੀ ਜਾਂਦੇ ਆ ਤੇ ਔਖੇ ਸ਼ਬਦਾਂ ਵੱਲ ਤੁਰੀ ਜਾਂਦੇ ਆ। ਪਰ ਉਹ ਕਹਿੰਦੇ ਜਿੰਨੀ ਸਰਲ ਭਾਸ਼ਾ ਮਿੱਠੀ ਆ ਨਾ, ਉਨੇ ਔਖੇ ਸ਼ਬਦ ਜਿਹੜੇ ਆ ਉਹ ਇੰਨੇ ਵਧੀਆ ਨਹੀਂ ਹੈਗੇ। ਕੋਈ ਚੀਜ਼ਾਂ ਨੂੰ ਅਸੀਂ ਬਹੁਤ ਔਖਾ ਕਰਦਾ, ਜਦ ਕਿ ਜੇ ਸਰਲ ਭਾਸ਼ਾ ਹੋਵੇ ਹਰ ਬੰਦੇ ਨੂੰ ਸਮਝ ਆਉਂਦੀ ਹੈ। ਤੇ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਅਨਪੜ੍ਹ ਹੋ ਗਏ। ਕੁਛ ਜਿਨ੍ਹਾਂ ਨੇ ਕਹਿਣਾ ਜੀ, ਉਹ ਤਾਂ ਰਣਜੀਤ ਕੌਰ ਜੀ ਤੁਹਾਨੂੰ ਪਤਾ, ਉਹਨਾਂ ਨੇ ਤਾਂ PhD ਵੀ ਕਰ ਲਏ, ਉਹ ਨਹੀਂ ਤਾਂ ਵੀ ਕਹਿਣਾ ਇਹ ਪੜ੍ਹਿਆ ਲਿਖਿਆ ਬੇਵਕੂਫ ਆ। ਉਹਨਾਂ ਨੂੰ ਤਾਂ ਆਪਣੇ ਹਿਸਾਬ ਨਾਲ ਚੱਲੀ ਜਾਣਾ। ਜਿੱਦਾਂ ਅੱਜ ਕੱਲ੍ਹ ਤੁਸੀਂ ਫੇਸਬੁੱਕ 'ਤੇ ਦੇਖੋ ਵਿਦਵਾਨ ਬੜੇ ਬੈਠੇ ਆ ਹੈਂ। ਹਾਂ ਬਿਲਕੁਲ, ਆਪਣੇ ਜਿਹੜੇ ਬਜ਼ੁਰਗਾਂ ਦੀ ਬੋਲੀ ਆ ਉਹਨੂੰ ਬੋਲ ਕੇ ਬੜਾ ਸਕੂਨ ਮਿਲਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਔਰ ਸਾਨੂੰ ਰੱਖਣਾ ਵੀ ਉਸ ਹਿਸਾਬ ਨਾਲ ਚਾਹੀਦਾ। ਕੋਈ ਸਾਨੂੰ ਜ਼ਰੂਰੀ ਨਹੀਂ ਅਸੀਂ ਉਹਨੂੰ ਤੋੜ ਮਰੋੜ ਕੇ ਬੜੇ ਤਰੀਕੇ ਨਾਲ ਕਰੀਏ। ਮੈਂ ਹੁਣ ਜਦੋਂ ਖਬਰ ਦਿੰਦਾ, ਮੈਂ ਕੋਸ਼ਿਸ਼ ਮੇਰੀ ਹੁੰਦੀ ਆ ਵੀ ਉਹੀ ਪੰਜਾਬੀ ਬੋਲਣਾ ਜਿਹੜੀ ਪੰਜਾਬੀ ਸਰਲ ਆ, ਕਿਉਂਕਿ ਹਰ ਬੰਦੇ ਨੂੰ ਆਸਾਨੀ ਨਾਲ ਸਮਝ ਆ ਜਾਵੇ। ਤੇ ਕਈ ਬੰਦੇ ਜਦੋਂ ਬੋਲਦੇ ਉਹ ਇਦਾਂ ਦੇ ਕਈ ਵਾਰ ਲਫ਼ਜ਼ ਲੈ ਆਉਂਦੇ ਆ, ਅਸੀਂ ਉਹਨਾਂ ਨੂੰ, ਮੈਂ ਹੁਣ ਦੇਖੋ ਗਿਆਨੀ ਕੀਤੀ ਸੀ, ਗਿਆਨੀ ਦੇ ਵਿੱਚ ਬਹੁਤ ਔਖੇ ਸ਼ਬਦ ਹੈਗੇ ਆ, ਤੇ ਪਰ ਕੋਸ਼ਿਸ਼ ਕਰੀਦੀ ਆ ਉਹੀ ਸ਼ਬਦ ਲਿਆਂਦੇ ਜਾਣ ਜਿਹੜੇ ਸ਼ਬਦ ਆਸਾਨੀ ਨਾਲ ਹਰ ਬੰਦਾ ਸਮਝ ਲਵੇ। ਔਰ ਬਹੁਤ ਸਰਲਤਾ ਜਿਹੜੀ ਤੁਸੀਂ ਮਿੱਠੀ, ਉਹਦੇ ਨਾਲ ਕੁਦਰਤੀ ਗੱਲ ਹੈ ਤੁਹਾਡੀ ਜਿਹੜੀ ਜ਼ੁਬਾਨ ਹੈ ਉਹ ਮਿੱਠੀ ਬਹੁਤ ਹੋ ਜਾਂਦੀ ਹੈ। ਤੇ ਬੈਠ ਰਿਹਾ ਕੋਸ਼ਿਸ਼ ਆਪਾਂ ਇਸ ਪਾਸੇ ਨਹੀਂ ਆਪਾਂ ਦੇਖਣਾ ਵੀ ਉਹ ਫਲਾਨਾ ਕੀ ਕਹਿੰਦਾ, ਕਿਉਂਕਿ ਅਸੀਂ ਸਾਡੀ ਅੱਧੀ ਜ਼ਿੰਦਗੀ ਅਸੀਂ ਇਸੇ ਕੰਮ 'ਚ ਲਗਾ ਦਿੰਦੇ। ਲੋਕ ਕੀ ਕਹਿਣਗੇ, ਫਲਾਨਾ ਕੀ ਹੋਊਗਾ, ਕੋਈ ਚੱਕਰ ਨਹੀਂ, ਕਹਿਣ ਦਿਓ ਜਿਨ ਕਹਿਣਾ। ਉਹ ਆਪਣਾ ਰਾਂਝਾ ਰਾਜੀ ਰੱਖੇ, ਅਸੀਂ ਆਪਣਾ ਰਾਂਝਾ ਰਾਜੀ ਰੱਖਣਾ। ਤੇ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ। ਆਪਾਂ ਠੀਕ ਹੈ, ਆਪਾਂ ਜਿਹੜੇ ਤਰੀਕੇ ਨਾਲ ਚੱਲਦੇ ਹਾਂ, ਜਿਹੜੀ ਸਾਡੇ ਬਜ਼ੁਰਗਾਂ ਨੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਉਹਨਾਂ ਨੂੰ ਕਿੱਦਾਂ ਭੁੱਲ ਸਕਦੇ ਅਸੀਂ। ਤੇ ਜੇ ਅਸੀਂ ਉਹਨਾਂ ਨੂੰ ਭੁੱਲਦੇ ਹਾਂ ਤਾਂ ਇਹਦਾ ਮਤਲਬ ਅਸੀਂ ਪੰਜਾਬੀ ਤੋਂ ਦੂਰ ਜਾ ਰਹੇ ਹਾਂ। ਤੇ ਪੰਜਾਬੀ ਤੋਂ ਅਸੀਂ ਦੂਰ ਜਾ ਨਹੀਂ ਸਕਦੇ ਕਿਸੇ ਵੀ ਕੀਮਤ 'ਤੇ। ਜਿੱਦਣ ਅਸੀਂ ਪੰਜਾਬੀ ਤੋਂ ਦੂਰ ਚਲੇ ਗਏ ਤੇ ਆਹ ਜਿਹੜੇ ਅੱਜ ਮੁਜ਼ਾਹਰੇ ਕੀਤੇ ਆ ਨਾ ਜੀ, ਇਹ ਖਤਮ ਹੋ ਜਾਣੇ ਆ।
ਫਿਰ ਸਾਨੂੰ ਇਹਨਾਂ ਚੀਜ਼ਾਂ ਨਾਲ ਮਤਲਬ ਹੀ ਰਹਿਣਾ। ਜੇ ਅਸੀਂ ਪੰਜਾਬੀ ਨਾਲ ਜੁੜੇ ਆ ਤਾਂ ਤਦੇ ਸਾਨੂੰ ਪੰਜਾਬ ਦਾ ਦਰਦ ਆ। ਇਸ ਕਰਕੇ ਇਹਨਾਂ ਗੱਲਾਂ ਵੱਲ ਨਾ ਧਿਆਨ ਦਿਆ ਕਰੋ, ਕੋਈ ਚੱਕਰ ਨਹੀਂ। ਜਿਹੜਾ ਬੰਦਾ ਇਹ ਕਹਿੰਦਾ ਉਹ ਸਮਝ ਲਓ ਤੁਸੀਂ ਵੀ ਤੁਹਾਨੂੰ ਉਹ ਇਹਦੇ ਨਾਲੋਂ ਤੋੜ ਰਿਹਾ। ਤੇ ਆਪਾਂ ਇਸ ਕਰਕੇ ਬਸ ਬਿਲਕੁਲ ਜੀ ਅਸੀਂ ਸੰਭਾਲਾਂਗੇ, ਇਹ ਤੋਂ ਵੱਧ ਹੋਰ ਕੋਈ ਕਰੇ ਨਹੀਂ, ਕਰਨਾ ਹੀ ਨਹੀਂ ਆਪਾਂ ਕੁਝ ਵੀ। ਸਾਡੇ ਲਈ ਬਹੁਤ ਜ਼ਰੂਰੀ ਆ। ਤੁਸੀਂ ਅੱਜ ਦੇਖੋ ਜਿਹੜੇ ਆਪਾਂ ਕਹਿੰਦੇ ਆ ਵੀ ਅਸੀਂ ਅੱਜ ਇੱਕ ਮੁਜ਼ਾਹਰਾ ਕੀਤਾ, ਕਾਹਦੇ ਲਈ ਕੀਤਾ? ਪੰਜਾਬੀ ਜੇ ਸਾਨੂੰ ਆਉਂਦੀ ਸੀ, ਜੇ ਸਾਨੂੰ ਉਹਨਾਂ ਦੀਆਂ ਗੱਲਾਂ ਸਮਝ ਲੱਗਦੀਆਂ ਸੀ ਤੇ ਤਦੇ ਅਸੀਂ ਕੀਤਾ। ਜੇ ਅਸੀਂ ਪੰਜਾਬ ਨਾਲ ਜੁੜੇ, ਜਿੱਦਣ ਅਸੀਂ ਇਹਦੇ ਨਾਲ ਟੁੱਟ ਗਏ, ਬਹੁਤ ਲੋਕ ਸਾਡੇ ਬਰਖਲਾਫ ਵੀ ਬੋਲਦੇ ਹੋਣਗੇ, ਇਹਦਾ ਮਤਲਬ ਉਹ ਟੁੱਟ ਚੁੱਕੇ ਆ। ਪੰਜਾਬੀ ਉਹਨਾਂ ਨੂੰ ਨਾ ਸਮਝ ਆਵੇ, ਨਾ ਉਹ ਕੁਛ ਕਰਨ ਜੋਗੇ, ਨਾ ਫਿਰ ਉਹ ਟੁੱਟ ਗਏ ਅਸੀਂ ਇਹਨਾਂ ਦੇ। ਇਸ ਕਰਕੇ ਆਪਾਂ ਜੁੜੇ ਰਹਿਣਾ ਤੇ ਪੰਜਾਬੀ ਸਾਡੇ ਲਈ ਬਹੁਤ ਜ਼ਰੂਰੀ ਆ। ਬਿਲਕੁਲ ਜੀ, ਸਾਨੂੰ ਬਿਲਕੁਲ ਮਾਣ ਆ ਪੰਜਾਬੀ ਹੋਣ ਤੇ, ਠੀਕ ਹੈ ਨਾ। ਤੇ ਕਿਉਂ ਨਹੀਂ, ਮੈਂ ਤੁਹਾਨੂੰ ਦੱਸਦਾ ਜੀ, ਇੱਕ ਵਾਰੀ ਨਾ ਕਿਤੇ ਮੀਟਿੰਗ ਸੀ, ਸਾਰੇ ਪੜ੍ਹੇ ਲਿਖੇ ਸੀ, ਮੇਰੇ ਤੋਂ ਉੱਤੇ ਹੀ ਸੀ ਸਾਰੇ, ਤੇ ਮੈਨੂੰ ਵੀ ਮੌਕਾ ਮਿਲਿਆ। ਹਾਂਜੀ, ਬਹੁਤ ਚੰਗੀ ਗੱਲ ਆ ਜੀ, ਬਹੁਤ ਚੰਗੀ ਗੱਲ ਆ। ਮੈਨੂੰ ਉੱਥੇ ਜਾ ਕੇ ਮੌਕਾ ਮਿਲਿਆ, ਉਹ ਸਾਰੇ ਅੰਗਰੇਜ਼ੀ ਬੋਲਣ ਵਾਲੇ ਬੰਦੇ ਸੀ ਉੱਥੇ। ਤੇ ਮੈਂ ਜਾ ਕੇ ਜਦੋਂ ਭਾਸ਼ਣ ਸ਼ੁਰੂ ਕੀਤਾ ਤੇ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹੀ ਵੀ ਜੇ ਕਿਸੇ ਨੂੰ ਨਹੀਂ ਆਉਂਦੀ ਤੇ ਪੰਜਾਬੀ ਜੇ ਕਿਸੇ ਨੂੰ ਨਹੀਂ ਆਉਂਦੀ ਤਾਂ ਮੇਰਾ ਕਸੂਰ ਕੋਈ ਨਹੀਂ। ਜਿਸ ਚੀਜ਼ ਨੇ ਮੈਨੂੰ ਮਾਣ, ਸਤਿਕਾਰ, ਪਿਆਰ ਦਿੱਤਾ, ਮੈਂ ਤਾਂ ਉਸ ਭਾਸ਼ਾ ਦੇ ਵਿੱਚ ਗੱਲ ਕਰੂੰਗਾ। ਤੇ ਮੈਂ ਪੰਜਾਬੀ 'ਚ ਉੱਤੇ ਕੋਈ ਤਕਰੀਬਨ 45 ਮਿੰਟ ਦਾ ਭਾਸ਼ਣ ਦਿੱਤਾ। ਸਾਰਿਆਂ ਨੇ ਸਮਝੀ, ਵਿੱਚ ਹਿੰਦੀ ਵਾਲੇ ਵੀ ਬੈਠੇ ਸੀ। ਆਪਾਂ ਕਿਸੇ ਦੂਸਰੀ ਭਾਸ਼ਾ ਦੇ ਖਿਲਾਫ ਨਹੀਂ ਹੈਗੇ, ਪਰ ਅੱਜ ਅਮਰਜੀਤ ਜੋ ਆ ਉਹ ਪੰਜਾਬੀ ਦੇ ਸਿਰ ਤੇ ਆ। ਮੈਂ ਪੰਜਾਬੀ ਦੀਆਂ ਖਬਰਾਂ ਲਾਈਆਂ, ਮੈਂ ਪੰਜਾਬੀ ਦੇ, ਅੱਜ ਜੇ ਮੇਰਾ ਨਾਂ ਲੋਕ ਜਾਣਦੇ ਆ ਤਾਂ ਮੈਨੂੰ ਪੰਜਾਬੀ ਕਰਕੇ ਜਾਣਦੇ ਆ, ਨਾ ਕਿ ਮੈਨੂੰ ਇਸ ਕਰਕੇ ਜਾਣਦੇ ਵੀ ਮੈਂ ਪੱਤਰਕਾਰ ਹਾਂ, ਨਹੀਂ। ਫਿਰ ਜਿੱਥੋਂ ਮੈਨੂੰ ਇੱਜ਼ਤ, ਮਾਣ, ਪਿਆਰ, ਮੁਹੱਬਤ ਮਿਲਿਆ ਹੋਵੇ, ਮੈਂ ਉਹ ਚੀਜ਼ ਨੂੰ ਛੱਡ ਕੇ ਦੂਜੇ ਪਾਸੇ ਕਿੱਦਾਂ ਚੱਲ ਜਾਵਾਂ? ਇਸ ਕਰਕੇ ਜਿਹੜੀ ਸਾਡਾ ਇਹ ਸਾਡੀ ਵਿਰਾਸਤ ਆ, ਸਾਡਾ ਆਪਣਾਪਨ ਆ, ਇਸ ਕਰਕੇ ਅਸੀਂ ਪੰਜਾਬੀ ਤੋਂ ਦੂਰ ਨਹੀਂ ਹੋ ਸਕਦੇ। ਜਿੱਥੇ ਵੀ ਮੈਂ ਤਾਂ ਇੱਕ ਵਾਰੀ ਮੈਨੂੰ ਮੌਕਾ ਮਿਲਿਆ ਸੀ ਅੰਬੈਸੀ 'ਚ ਵੀ ਭਾਸ਼ਣ ਦੇਣਾ, ਮੈਂ ਉੱਥੇ ਵੀ ਪੰਜਾਬੀ 'ਚ ਭਾਸ਼ਣ ਦਿੱਤਾ ਸੀ, ਜਦ ਕਿ ਉੱਥੇ ਸਾਰੇ ਹਿੰਦੀ ਵਾਲੇ ਬੈਠੇ ਸੀ ਬੰਦੇ। ਪਰ ਨਹੀਂ, ਕਿਉਂਕਿ ਮੇਰੀ ਜਿਹੜੀ ਭਾਸ਼ਾ ਮੇਰੇ ਲਈ ਉਹ ਬਹੁਤ ਇੰਪੋਰਟੈਂਟ ਆ। ਜੇ ਕਿਸੇ ਨੂੰ ਨਹੀਂ ਸਮਝ ਲੱਗਦੀ, ਹੁਣ ਬਹੁਤ ਕਿੰਨੀਆਂ ਭਾਸ਼ਾ ਆ ਦੁਨੀਆ ਦੇ ਵਿੱਚ, ਤੇ ਇਹ ਤਾਂ ਹੈ ਨਹੀਂ ਵੀ ਜਿੱਥੇ ਸਾਰੇ ਇਕੱਠੇ ਬੈਠੇ ਹੋਣ ਉੱਥੇ ਸਾਰੀ ਭਾਸ਼ਾ ਜਿਹੜੀ ਆ ਉਹ ਇੱਕੋ ਹੀ ਭਾਸ਼ਾ ਲੈ ਕੇ ਬੋਲਣ ਹਰ ਬੰਦਾ। ਹੁਣ ਤੁਸੀਂ ਦੇਖ ਲਓ ਸਾਊਥ ਵਾਲੇ ਆ ਨਾ, ਸਾਊਥ ਇੰਡੀਅਨ, ਉਹ ਹਿੰਦੀ ਵੀ ਨਹੀਂ ਬੋਲਦੇ, ਉਹ ਕਹਿੰਦੇ ਸਾਡੀ ਇਹ ਭਾਸ਼ਾ ਨਹੀਂ ਹੈਗੀ। ਮਤਲਬ ਸਾਨੂੰ ਆਪਣੇ ਆਪ ਤੇ ਇਹ ਗੱਲ ਤੇ ਮਾਣ ਹੋਣਾ ਚਾਹੀਦਾ ਵੀ ਸਾਡੀ ਜਿਹੜੀ ਭਾਸ਼ਾ ਆ ਉਹ ਦੁਨੀਆ 'ਚ ਸਭ ਤੋਂ ਪਿਆਰੀ ਔਰ ਮਿੱਠੀ ਭਾਸ਼ਾ ਆ, ਔਰ ਉਹਦੇ ਸਿਰ ਤੇ ਅੱਜ ਅਸੀਂ ਜੇ ਖਾਂਦੇ ਆ, ਜੇ ਅਸੀਂ ਇੱਥੇ ਆ ਤੇ ਸਾਰਾ ਉਹਦੇ ਸਿਰ ਤੇ ਹੀ ਆ। ਅਸੀਂ ਕੁਛ ਨਹੀਂ ਉਹ ਤੋਂ ਬਗੈਰ। ਤੇ ਬਾਕੀ ਜਿਹਨੂੰ ਪਤਾ ਜੀ ਆਪਣੀ ਮਾਂ ਛੱਡ ਦਿੱਤੀ, ਉਹਦੇ ਲਈ ਭਾਸ਼ਾ ਛੱਡਣੀ ਕਿਹੜੀ ਔਖੀ ਗੱਲ ਆ, ਹੈ ਨਾ। ਤੇ ਜਿਹੜਾ ਮਾਂ ਦੀ ਕਦਰ ਨਹੀਂ ਕਰਦਾ, ਉਹਦੇ ਲਈ ਪੰਜਾਬੀ ਵੀ ਕੋਈ ਗੱਲ ਨਹੀਂ ਹੈਗੀ, ਹੈ ਨਾ। ਤੇ ਇਸ ਕਰਕੇ ਕੋਸ਼ਿਸ਼ ਸਾਡੀ ਤਾਂ ਇਹੀ ਹੈ ਵੀ ਆਪਾਂ ਇਹ ਚੀਜ਼ ਨੂੰ ਬਿਲਕੁਲ ਆਪਾਂ ਇਹ ਚੀਜ਼ ਦਾ ਖਿਆਲ ਰੱਖੀਏ। ਕੋਈ ਗੱਲ ਨਹੀਂ ਭਾਜੀ, ਕੋਈ ਚੱਕਰ ਨਹੀਂ। ਕਿਰਪਾਲ ਸਿੰਘ ਜੀ, ਤੁਸੀਂ ਮੇਰੇ ਖਿਆਲ ਲੇਟ ਹੋ ਗਿਆ, ਉੱਥੋਂ ਬਰਸਲ ਤੋਂ ਆਉਂਦੇ ਹੋਏ ਨਾ। ਹਾਂ ਚਲੋ ਖੈਰ। ਅਮਨਦੀਪ ਕੌਰ, ਮੈਨੂੰ ਤਾਂ ਅੰਗਰੇਜ਼ੀ ਪਸੰਦ ਨੇ। ਅੱਛਾ ਜੀ, ਚਲੋ ਠੀਕ ਆ, ਨਹੀਂ ਪਸੰਦ ਤਾਂ ਜੀ, ਪਰ ਤੁਸੀਂ ਪੰਜਾਬੀ ਤਾਂ ਫਿਰ ਜਾਣਦੇ ਆ ਨਾ। ਤੇ ਪੰਜਾਬੀ ਜਿਹੜੀ ਆ ਜੀ ਉਹ ਸਾਡੇ ਲਈ, ਭਾਵੇਂ ਆਪਾਂ 1000 ਭਾਸ਼ਾ ਸਿੱਖ ਲਈ ਜੀ, ਇਦਾਂ ਦੀ ਕੋਈ ਗੱਲ ਨਹੀਂ। ਹੁਣ ਤੁਸੀਂ ਦੇਖੋ ਸਾਡੇ ਫਲਾਮਿਸ਼ ਵਾਲੇ ਆ ਜਿਹੜੇ ਆ, ਬਰਸਲ ਵਾਲੇ ਵੀ ਹੋਣਗੇ, ਫ੍ਰੈਂਚ ਵਾਲੇ, ਉਹ ਭਾਵੇਂ ਇਟਾਲੀਅਨ ਸਿੱਖਦੇ ਆ, ਸਪੈਨਿਸ਼ ਸਿੱਖਦੇ ਆ, ਹੈ ਨਾ, ਫਿਰ ਉਹ ਹੋਰ ਕਈ ਭਾਸ਼ਾ ਸਿੱਖਦੇ ਆ, ਪਰ ਉਹ ਆਪਣੀ ਭਾਸ਼ਾ ਨਾਲ ਜਦੋਂ ਗੱਲ ਹੁੰਦੀ ਉਹ ਆਪਣੀ ਭਾਸ਼ਾ ਦੇ ਹਿਸਾਬ ਨਾਲ ਗੱਲ ਕਰਦੇ ਆ। ਸਿੱਖਣਾ ਬੋਲੀ ਕੋਈ ਮਾੜੀ ਗੱਲ ਨਹੀਂ, ਜਦੋਂ ਤੁਸੀਂ ਸਿੱਖੋ, ਪਰ ਜਦੋਂ ਸਾਡਾ ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਤੁਸੀਂ ਉੱਥੋਂ ਮੁਜ਼ਾਹਰੇ ਤੋਂ ਲੇਟ ਹੋ ਗਿਆ ਮੇਰੇ ਖਿਆਲ ਹੈ ਨਾ ਕਿਰਪਾਲ ਜੀ। ਤੇ ਜਿਹੜੀ ਸਾਡੀ ਇਹ ਆ ਸਾਡਾ ਆਪਣਾ ਅਸੂਲ ਹੋਣਾ ਚਾਹੀਦਾ ਵੀ ਮੇਰੀ ਇਹ ਭਾਸ਼ਾ ਆ, ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਮੇਰਾ ਕੀ ਕਸੂਰ ਆ। ਮੈਂ ਹੁਣ ਹਰ ਇੱਕ ਨੂੰ ਸਮਝਾਉਣ ਲਈ ਤਾਂ ਕੋਸ਼ਿਸ਼ ਨਹੀਂ ਕਰ ਸਕਦਾ ਨਾ। ਹੁਣ ਇੱਕ ਜਗ੍ਹਾ ਜੇ ਅਸੀਂ ਤਾਮਿਲ ਬੈਠੇ ਆ, ਕੁਛ ਮਹਾਰਾਸ਼ਟਰ ਦੇ ਬੈਠੇ ਆ, ਤੇ ਮੈਂ ਉਹਨਾਂ ਇਕੱਲੇ ਦੀ ਬੋਲੀ ਬੋਲ ਕੇ ਥੋੜਾ ਸਮਝਾਊਂ, ਮੈਂ ਤਾਂ ਆਪਣੀ ਬੋਲੀ 'ਚ ਗੱਲ ਕਰੂੰਗਾ। ਇਸ ਕਰਕੇ ਜਿਹੜੀ ਸਾਡੀ ਆ ਉਹ ਸਾਡੀ ਆ, ਅਸੀਂ ਉਹਦੇ ਤੋਂ ਨਹੀਂ ਟੁੱਟ ਸਕਦੇ ਔਰ ਨਾ ਸਾਨੂੰ ਕੋਈ ਤੋੜ ਸਕਦਾ। ਔਰ ਜਿੱਦਣ ਅਸੀਂ ਟੁੱਟ ਗਏ ਸਮਝ ਲਓ ਉਸ ਦਿਨ ਅਸੀਂ ਖਤਮ ਹੋ ਗਏ, ਉਸ ਦਿਨ ਸਾਡਾ ਸਭ ਕੁਝ ਗਿਆ। ਬਹੁਤ ਵਧੀਆ ਗੱਲ ਹੈ ਜੀ ਅਮਨਦੀਪ ਜੀ, ਚੰਗੀ ਗੱਲ ਹੈ, ਬਹੁਤ ਵਧੀਆ ਹੈ ਜੇ ਤੁਹਾਨੂੰ ਪੰਜਾਬੀ ਆਉਂਦੀ। ਔਰ ਕੋਸ਼ਿਸ਼ ਕਰੋ ਤੁਸੀਂ ਜਿੰਨਾ ਵੀ ਪੜ੍ਹ ਸਕਦੇ ਆ ਪੰਜਾਬੀ ਨਾਲ ਜੁੜਨ ਦਾ, ਹੈ ਨਾ। ਇਹ ਭਾਸ਼ਾ ਜਿਹੜੀ ਆ ਸਾਡੀ ਜਿਹੜੀ ਮਦਰ ਲੈਂਗੁਏਜ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ, ਉਹ ਸਾਨੂੰ ਜ਼ਰੂਰੀ ਹੋਣੀ ਚਾਹੀਦੀ ਹੈ।
ਇਹ ਨਾ ਹੋਵੇ ਅਸੀਂ ਇੰਡੀਆ ਜਾਈਏ ਤੇ ਅਸੀਂ ਕਿਸੇ ਤੋਂ ਪਾਣੀ ਵੀ ਨਾ ਮੰਗ ਸਕੇ। ਬਹੁਤ ਚੰਗੀ ਗੱਲ ਹੈ ਜੀ। ਤੇ ਹਾਂ ਬਿਲਕੁਲ ਸਹੀ ਗੱਲ ਹੈ ਜੀ। ਇਹ ਰਣਜੀਤ ਕੌਰ ਜੀ ਬਿਲਕੁਲ ਤੁਹਾਡੀ ਗੱਲ ਸਹੀ ਗੱਲ ਹੈ। ਇਹ ਨਾ ਘਰ ਦੇ ਨਾ ਘਾਟ ਵਾਲੀ ਫਿਰ ਗੱਲ ਹੋ ਜਾਣੀ ਆ। ਤੇ ਚੰਗੀ ਗੱਲ ਹੈ ਜੋ ਤੁਸੀਂ ਲਿਖਿਆ, ਮੈਨੂੰ ਵਧੀਆ ਲੱਗੀ ਗੱਲ ਤੁਹਾਡੀ। ਇਸ ਕਰਕੇ ਆਪਾਂ ਜਿੰਨਾ ਹੋ ਸਕਦਾ ਆਪਾਂ ਇਹ ਆਪਣੀ ਭਾਸ਼ਾ ਦੇ ਨਾਲ ਜੁੜੀਏ ਔਰ ਆਪਣੀ ਭਾਸ਼ਾ ਨੂੰ ਸਮਝੀਏ ਔਰ ਆਪਣੀ ਭਾਸ਼ਾ ਜਿਹੜਾ ਸਾਡੇ ਕਲਚਰ ਦੀਆਂ ਚੀਜ਼ਾਂ। ਹੁਣ ਤਾਂ ਪਤਾ ਕੀ ਗੱਲ ਹੈ, ਮੈਂ ਇੱਕ ਬੰਦੇ ਦੀ ਵੀਡੀਓ ਦੇਖ ਰਿਹਾ ਸੀ ਜੀ। ਉਹ ਕਹਿੰਦਾ ਅੱਜ ਦੇ ਜਿਹੜੇ ਰਿਸ਼ਤੇ ਆ, ਉਹ ਰਿਸ਼ਤਿਆਂ ਦੀ ਗੱਲ ਦੱਸੀ। ਉਹ ਕਹਿੰਦਾ ਪਹਿਲੇ ਟਾਈਮ ਦੇ ਵਿੱਚ ਪਿੱਤਲ ਦੇ ਭਾਂਡੇ ਹੁੰਦੇ ਸੀ ਤਾਂ ਰਿਸ਼ਤੇ ਵੀ ਉਹਨਾਂ ਵਰਗੇ ਮਜ਼ਬੂਤ ਹੁੰਦੇ ਸੀ। ਉਹ ਤੋਂ ਬਾਅਦ ਸਟੀਲ ਵਾਲੇ ਆ ਗਏ, ਉਹ ਸਾਲ 2 ਸਾਲ ਰੱਖੇ, ਉਦਾਂ ਦੇ ਰਿਸ਼ਤੇ ਬਣ ਗਏ। ਹੁਣ ਡਿਸਪੋਜ਼ੇਬਲ ਭਾਂਡੇ ਅੱਜ ਖਾਧਾ ਖਾ ਕੇ ਉਹਨੂੰ ਇਕੱਠਾ ਕੀਤਾ ਟੂਟੇ 'ਚ ਜਾਂ ਤੁਹਾਡੇ ਇੱਧਰ ਪੂਵਲ ਕਰ ਦਿੱਤਾ ਤੇ ਉਦਾਂ ਦੇ ਰਿਸ਼ਤੇ ਬਣ ਗਏ। ਅੱਗੇ ਜੇ ਕਿਸੇ ਨੂੰ ਭੈਣ ਕਹਿ ਦਈਦਾ ਸੀ ਨਾ ਜੀ, ਸਿਰ ਲੱਗ ਜਾਂਦਾ ਸੀ ਉਹਦੀ ਖਾਤਰ। ਤੇ ਜੇ ਭੈਣ ਕੋਈ ਭਰਾ ਕਹਿ ਦਿੰਦੀ ਸੀ ਤਾਂ ਉਹ ਬਾਕੀ ਦੁਨੀਆ ਛੱਡ ਸਕਦੀ, ਉਹਨੂੰ ਨਹੀਂ ਸੀ ਛੱਡਦੀ ਹੁੰਦੀ। ਇੱਦਾਂ ਦੇ ਮਜ਼ਬੂਤ ਰਿਸ਼ਤੇ ਸੀਗੇ ਸਾਡੇ। ਤੇ ਅੱਜ ਰਿਸ਼ਤੇ ਦੇਖ ਲਓ ਤੁਸੀਂ, ਬਸ ਜਿੰਨੀ ਦੇਰ ਮਤਲਬ ਹੈ ਉਨੀ ਦੇਰ ਰਹਿ ਗਿਆ, ਉਹ ਤੋਂ ਬਾਅਦ ਰਿਸ਼ਤਾ ਖਤਮ। ਤੇ ਇਹ ਚੀਜ਼ਾਂ ਜਿਹੜੀਆਂ ਨਾ ਅਸੀਂ ਜਦੋਂ ਭੁੱਲ ਜਾਂਦੇ ਆ ਆਪਣੇ ਕਲਚਰ ਨੂੰ, ਤੇ ਉਹਦੇ ਨਾਲ ਇਹ ਸਾਰਾ ਕੁਝ। ਅੱਛਾ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਤੇ ਇਹ ਜਦੋਂ ਅਸੀਂ ਆਪਣੀਆਂ ਚੀਜ਼ਾਂ ਤੋਂ ਟੁੱਟ ਜਾਂਦੇ ਤੇ ਫਿਰ ਸਾਡਾ ਉਹੀ ਡਿਸਪੋਜ਼ਲ ਭਾਂਡਿਆਂ ਵਾਲਾ ਹਾਲ ਬਣ ਜਾਂਦਾ ਜੀ। ਫਿਰ ਸਾਨੂੰ ਰਿਸ਼ਤਿਆਂ ਦੀ ਵੀ ਕਦਰ ਨਹੀਂ ਰਹਿੰਦੀ। ਤੇ ਪਹਿਲੇ ਟਾਈਮਾਂ 'ਚ ਦੇਖੋ ਤੁਸੀਂ ਕਿੱਦਾਂ ਦੇ ਮਜ਼ਬੂਤ ਰਿਸ਼ਤੇ ਸੀ। ਔਰ ਉਹ ਪੰਜਾਬੀ ਦੀ ਖਾਤਰ ਕਿੰਨੇ ਮੋਰਚੇ ਲੱਗੇ, ਕਿੰਨੇ ਬੰਦਿਆਂ ਦੀਆਂ ਉਸ ਵੇਲੇ ਸ਼ਹੀਦੀਆਂ ਹੋਈਆਂ ਔਰ ਕੀ ਕੀ ਨਹੀਂ ਕੀਤਾ ਗਿਆ, ਹੈ ਨਾ। ਤੇ ਫਿਰ ਦੂਸਰੀ ਗੱਲ ਹੈ ਜੀ, ਕੋਈ ਕਿਸੇ ਨੂੰ ਵੀ ਕਿਸੇ ਭਾਸ਼ਾ ਨੂੰ ਸਾਡੇ ਗੋਡ ਨੇ ਸਾਨੂੰ ਦਿੱਤਾ। ਬਿਲਕੁਲ ਜੀ, ਆਪਣੀ ਹੋਂਦ ਬਚਾ ਕੇ ਰੱਖਣਾ। ਰੂਪੀ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਹੈ ਨਾ। ਤੇ ਓਕੇ ਜੀ, ਠੀਕ ਹੈ, ਓਕੇ ਗੁਰਪ੍ਰੀਤ ਜੀ, ਬਿਲਕੁਲ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਕਰੋ ਤੁਸੀਂ ਪਾਠ ਕਰੋ ਜ਼ਰੂਰੀ। ਸਭ ਦੇ ਲਈ ਅਰਦਾਸ ਵੀ ਕਰਿਓ ਕਿ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ। ਇਹ ਅਰਦਾਸ ਜ਼ਰੂਰ ਕਰਿਆ ਕਰੋ। ਤੇ ਇਸ ਕਰਕੇ ਜੀ ਆਪਾਂ ਪੰਜਾਬੀ ਬੋਲੀ ਜਿਹੜੀ ਜਿੰਦਾਬਾਦ। ਤੇ ਸਾਡੇ ਲਈ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਜੀ ਕਿ ਅਸੀਂ ਆਪਣੀ ਬੋਲੀ ਦੇ ਨਾਲ ਜੁੜ ਕੇ ਰਹੀਏ। ਤੇ ਮੇਰੇ ਖਿਆਲ ਟਾਈਮ ਹੋ ਚੱਲਿਆ ਜੀ। ਨਿੱਕੀ ਨੇ ਕਿਹਾ ਮੈਂ ਪਾਠ ਕਰਨ ਦਾ, ਸਾਰਿਆਂ ਦਾ ਮੇਰੇ ਖਿਆਲ ਟਾਈਮ ਹੋ ਗਿਆ ਹੋਣਾ। ਤੇ ਅੱਜ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਤੇ ਅਗਲੇ ਐਤਵਾਰ ਆਪਾਂ ਫਿਰ ਹੋਰ ਮੁੱਦਾ ਲੈ ਕੇ ਆਵਾਂਗੇ। ਮੇਰੇ ਕੋਲ ਇੱਕ ਹੋਰ ਮੁੱਦਾ ਹੈਗਾ ਦਿਮਾਗ ਦੇ ਵਿੱਚ, ਪਰ ਮੈਂ ਉਹ ਅਗਲੇ ਐਤਵਾਰ ਟਰਾਈ ਕਰੂੰਗਾ ਜੇ ਆ ਸਾਡਾ ਦਿੱਲੀ ਵਾਲਾ ਮਸਲਾ ਹੱਲ ਹੋ ਗਿਆ। ਤੇ ਬਸ ਬਿਲਕੁਲ ਜੀ, ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ। ਔਰ ਇਹ ਟਾਈਮ ਦੇ ਵਿੱਚ ਲੱਖਾਂ ਹੱਥ ਜੋੜਦੇ ਆ ਨਿੱਕੀ ਜੀ। ਤੇ ਉਹ ਸਾਰੇ ਇਹੀ ਅਰਦਾਸ ਜਦੋਂ ਕਰਨਗੇ ਤਾਂ ਪ੍ਰਮਾਤਮਾ ਕਿਰਪਾ ਕਰਦਾ ਜੀ ਸਭ ਤੇ, ਔਰ ਸਰਬੱਤ ਦਾ ਭਲਾ ਹੁੰਦਾ। ਇਹ ਮੈਨੂੰ ਪੂਰਾ ਯਕੀਨ ਹੈ ਆਪਣੇ ਰੱਬ ਤੇ। ਤੇ ਸਾਰੇ ਜਣੇ ਆਪਾਂ ਅਗਲੇ ਐਤਵਾਰ ਫਿਰ ਮਿਲਦੇ ਜੀ। ਇੱਕ ਮੇਰੇ ਦਿਮਾਗ ਦੇ ਵਿੱਚ ਮੁੱਦਾ ਹੈਗਾ ਪਰ ਉਹ ਹਜੇ ਮੈਂ ਸਾਂਝਾ ਨਹੀਂ ਇਸ ਕਰਕੇ ਕਰਦਾ ਕਿਉਂਕਿ ਇਸ ਵੇਲੇ ਸਭ ਤੋਂ ਮੁੱਦਾ ਜਿਹੜਾ ਵੱਡਾ ਸਾਡੇ ਲਈ, ਜਿਹੜੇ ਪੰਜਾਬ ਦਿੱਲੀ ਨੂੰ ਘੇਰ ਕੇ ਕਿਸਾਨ ਬੈਠੇ ਆ ਠੰਡ ਦੇ ਵਿੱਚ, ਤੇ ਉਹਨਾਂ ਨੂੰ ਮੈਂ ਛੱਡ ਕੇ ਹੋਰ ਕਿਸੇ ਮੁੱਦੇ ਨੂੰ ਲਿਆਉਣ ਦੇ ਵਿੱਚ ਇਹਦੇ ਹੱਕ ਦੇ ਵਿੱਚ ਹੈ ਨਹੀਂਗਾ। ਤੇ ਇਸ ਕਰਕੇ ਸਾਰੇ ਜਣੇ ਅਰਦਾਸ ਕਰੋ ਸੱਚੇ ਪਾਤਸ਼ਾਹ ਉਹਨਾਂ ਦੀ ਸਾਰਿਆਂ ਦੀ ਜਿਹੜੀ ਡਿਮਾਂਡ ਆ, ਜਿਹੜੀ ਉਹਨਾਂ ਦੀ ਮੰਗ ਆ। ਔਰ ਇੱਕ ਦੇਖੋ ਜੀ ਉਹ ਥਾਂ ਕਿੰਨੀ ਪਵਿੱਤਰ ਹੋ ਗਈਆਂ। ਦੇਖੋ ਜਿੱਥੇ ਅੱਜ ਰਾਤ ਨੂੰ ਕਈ ਬੰਦੇ ਬਜ਼ੁਰਗ ਜਿਹੜੇ ਆ ਉਹ ਰਾਤ ਨੂੰ ਪਾਠ ਕਰਦੇ ਉੱਥੇ ਬੈਠ ਕੇ। ਕੋਈ ਜਪਜੀ ਸਾਹਿਬ ਦਾ ਕਰਦਾ, ਕੋਈ ਸੁਖਮਨੀ ਸਾਹਿਬ ਦਾ ਕਰਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ। ਔਰ ਉਹ ਧਰਤੀ ਨੂੰ ਭਾਗ ਲੱਗ ਗਿਆ ਜੀ। ਤੇ ਪਰਮਾਤਮਾ ਕਰੇ ਉਹ ਧਰਤੀ ਦੇ ਕੋਲੋਂ ਇੱਕ ਇੱਦਾਂ ਦੀ ਦੁਆ ਆਵੇ ਤੇ ਜਿਹੜੀਆਂ ਸਰਕਾਰਾਂ ਅੜੀਆਂ ਬੈਠੀਆਂ ਉਹਨਾਂ ਨੂੰ ਪਰਮਾਤਮਾ ਬਲ ਬਖਸ਼ੇ। ਉਹ ਧਰਤੀ ਦੀ ਪੁਕਾਰ ਜਦੋਂ ਹੁੰਦੀ ਹੈ ਜੀ ਫਿਰ ਸਾਰਾ ਕੁਝ ਪ੍ਰਵਾਨ ਹੋ ਜਾਂਦਾ। ਤੇ ਪਰਮਾਤਮਾ ਕਰੇ ਸਾਰਾ ਕੁਝ ਜਿਹੜਾ ਠੀਕ ਠਾਕ ਹੋ ਜਾਵੇ ਤੇ ਉਹ ਆਪਣੇ ਆਪਣੇ ਘਰਾਂ ਨੂੰ ਤੰਦਰੁਸਤੀ ਤੇ ਖੁਸ਼ੀਆਂ ਲੈ ਕੇ ਜਾਣ। ਤੇ ਇਹਦੇ ਨਾਲ ਹੀ ਜੀ ਮੇਰੇ ਵੱਲੋਂ ਅੱਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਗਲੇ ਐਤਵਾਰ ਫਿਰ ਦੁਬਾਰਾ ਮਿਲਦੇ ਹਾਂ ਜੀ ਇਸੇ ਤਰ੍ਹਾਂ 5 ਵਜੇ। ਤੇ ਸਾਰੇ ਜਣੇ ਆਪਣਾ ਖਿਆਲ ਰੱਖਿਓ। ਔਰ ਸਾਰੇ ਜਣੇ ਜਦੋਂ ਵੀ ਪਾਠ ਕਰਦੇ ਆ ਅਰਦਾਸ ਕਰੋ ਸੱਚੇ ਪਾਤਸ਼ਾਹ ਉਹਨਾਂ ਨੂੰ ਜਿਹੜੇ ਉੱਥੇ ਰੋਡ ਤੇ ਬੈਠੇ ਆ ਉਹਨਾਂ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਉਹ ਆਪਣੇ ਘਰਾਂ ਨੂੰ ਖੁਸ਼ੀ ਜਿਹੜੇ ਸਵੇਰੇ ਜਾਣੇ ਉਹ ਅੱਜ ਹੀ ਜਾਣ। ਇੰਨੀ ਜਲਦੀ ਉਹਨਾਂ ਦੀ ਪ੍ਰਮਾਤਮਾ ਅਰਦਾਸ ਪੂਰੀ ਕਰੇ ਔਰ ਸਭ ਦਾ ਭਲਾ ਹੋਵੇ। ਠੀਕ ਹੈ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।